ਅੱਜ ਅਸੀਂ 15ਵੀਂ ਪੌੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸ ਪਾਵਨ ਪੌੜੀ ਦੇ ਨਾਲ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਤਿੰਨ ਸ਼ਲੋਕ ਨੇ, ਨਾਲ ਤਿੰਨੇ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ। ਤਾਂ ਆਓ ਵਿਚਾਰ ਕਰਨ ਦਾ ਯਤਨ ਕਰੀਏ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਇੱਥੇ ਗੱਲ ਚੱਲ ਰਹੀ ਹੈ ਜਨੇਊ ਦੀ ਔਰ ਧਾਰਮਿਕ ਚਿੰਨ੍ਹਾਂ ਦੀ, ਧਾਰਮਿਕ ਪਹਿਨਾਵੇ ਦੀ। ਸਾਖੀਕਾਰ, ਇਤਿਹਾਸਕਾਰ ਸਾਨੂੰ ਦੱਸਦੇ ਹਨ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਦੀ ਰਸਮ ਕੀਤੀ ਜਾਣ ਲੱਗੀ ਤਾਂ ਉਸ ਵਕਤ ਜੋ ਬ੍ਰਾਹਮਣ ਨੂੰ ਉਪਦੇਸ਼ ਕੀਤਾ ਬਾਣੀ ਰਾਹੀਂ, ਉਹ ਇੱਥੇ ਅੰਕਿਤ ਕੀਤਾ ਗਿਆ ਹੈ। ਤਾਂ ਇਹ ਵਿਚਾਰਨ ਵਾਲੀ ਗੱਲ ਹੈ। ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਨਾ ਨਹੀਂ ਕੀਤੀ। ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਦੇ ਦਿੱਤਾ ਗਿਆ। ਜਿਨ੍ਹਾਂ ਸੱਜਣਾ ਮਿੱਤਰਾਂ ਨੇ ਆਉਣਾ ਸੀ, ਨਗਰ ਨਿਵਾਸੀਆਂ ਨੇ, ਸਾਰੇ ਲੋਕ ਆ ਗਏ। ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ ਕਿ ਇਸ਼ਨਾਨ ਪਾਨ ਜੋ ਵੀ ਰਸਮ ਸੀ ਕਰ ਲਈ। ਸਾਰੇ ਲੋਕ ਇਕੱਠੇ ਹੋ ਗਏ, ਖਾਣਾ ਪੀਣਾ ਬਣ ਗਿਆ। ਹੁਣ ਜਨੇਊ ਪਾਉਣਾ ਹੈ। ਗੁਰੂ ਨਾਨਕ ਦੇਵ ਜੀ ਸਾਰੇ ਇਹਨਾਂ ਲੋਕਾਂ ਦੇ ਵਿੱਚ, ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਵਿੱਚ ਆਣ ਕੇ ਬਹਿ ਗਏ। ਬ੍ਰਾਹਮਣ ਪੁਜਾਰੀ ਉਸ ਵਕਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਲੱਗਾ। ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਪ੍ਰਚਾਰ ਦਾ ਢੰਗ ਹੈ, ਉਹ ਪਹਿਲਾਂ ਇਕੱਠਿਆਂ ਕਰਦੇ ਨੇ ਔਰ ਪ੍ਰੈਕਟੀਕਲੀ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਉਹ ਸੱਚਾਈ ਪੇਸ਼ ਕਰਦੇ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੂੰ ਜਦੋਂ ਬ੍ਰਾਹਮਣ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਕਹਿਣ ਲੱਗੇ ਕਿ ਬ੍ਰਾਹਮਣ ਦੇਵਤਾ ਇਹ ਜਨੇਊ ਕਿਉਂ ਪਾਉਂਦੇ ਨੇ, ਇਹਦਾ ਰੀਜ਼ਨ ਕੀ ਹੈ, ਮੈਨੂੰ ਜਨੇਊ ਕਿਉਂ ਪਾਇਆ ਜਾ ਰਿਹਾ। ਅੱਗੇ ਕਦੇ ਕਿਸੇ ਨੇ ਸਵਾਲ ਨਹੀਂ ਸੀ ਪੁੱਛਿਆ, ਲੇਕਿਨ ਇਸ ਬੱਚੇ ਨੇ ਸਵਾਲ ਪੁੱਛਿਆ ਹੈ। ਤਾਂ ਬ੍ਰਾਹਮਣ ਨੂੰ ਵੀ ਖੁਸ਼ੀ ਹੋਈ ਕਿ ਸਾਰੇ ਲੋਕਾਂ ਦੇ ਵਿੱਚ ਉੱਤਰ ਦਿੱਤਾ ਜਾਏਗਾ, ਹੋਰ ਲੋਕਾਂ ਨੂੰ ਵੀ ਪਤਾ ਲੱਗੇਗਾ। ਤਾਂ ਬ੍ਰਾਹਮਣ ਕਹਿਣ ਲੱਗਾ ਕਿ ਇਹ ਨਾਨਕ, ਜਨੇਊ ਪਾਉਣ ਦੇ ਨਾਲ ਖੱਤਰੀ ਦਾ ਧਰਮ ਰਹਿੰਦਾ ਹੈ, ਕਿਉਂਕਿ ਹਿੰਦੂ ਧਰਮ ਵਿੱਚ ਜਨੇਊ ਪਾਉਣ ਦੀ ਮਰਿਆਦਾ ਹੈ। ਤੇ ਬ੍ਰਾਹਮਣ ਨੇ ਜਨੇਊ ਵੀ ਅਲੱਗ-ਅਲੱਗ ਨਿਸ਼ਚਿਤ ਕੀਤੇ ਹੋਏ ਨੇ। ਬ੍ਰਾਹਮਣ ਵਾਸਤੇ ਜਨੇਊ ਅਲੱਗ ਹੈ, ਕਸ਼ਤਰੀ ਵਾਸਤੇ ਵੱਖਰਾ, ਵੈਸ਼ਯ ਲਈ ਵੱਖਰਾ, ਤੇ ਸ਼ੂਦਰ ਨੂੰ ਔਰ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ। ਕਿਹਾ ਕਿ ਤੇਰਾ ਧਰਮ ਰਹੇਗਾ, ਖੱਤਰੀ ਦਾ ਧਰਮ ਰਹਿੰਦਾ ਹੈ, ਜਨੇਊ ਤੋਂ ਬਿਨਾਂ ਧਰਮ ਨਹੀਂ ਰਹਿੰਦਾ। ਗੁਰੂ ਨਾਨਕ ਦੇਵ ਜੀ ਨੇ ਧੰਨਵਾਦ ਕੀਤਾ ਕਿ ਹੇ ਬ੍ਰਾਹਮਣ, ਆਪ ਦਾ ਧੰਨਵਾਦ, ਤੁਸੀਂ ਮੈਨੂੰ ਜਨੇਊ ਪਾ ਕੇ ਧਾਰਮਿਕ ਬਣਾ ਦਿਓਗੇ, ਮੇਰੇ ਧਰਮ ਦੀ ਰੱਖਿਆ ਹੋਵੇਗੀ ਤੁਹਾਡਾ। ਲੇਕਿਨ ਇੱਕ ਮੈਂ ਸਵਾਲ ਹੋਰ ਪੁੱਛਣਾ ਚਾਹੁੰਦਾ ਕਿ ਹੱਕ ਪਹਿਲਾਂ ਵੱਡਿਆਂ ਦਾ ਹੁੰਦਾ ਹੈ ਜਾਂ ਛੋਟਿਆਂ ਦਾ? ਤਾਂ ਬ੍ਰਾਹਮਣ ਨੇ ਕਿਹਾ ਕਿ ਹੱਕ ਤੇ ਪਹਿਲਾਂ ਵੱਡਿਆਂ ਦਾ ਹੁੰਦਾ ਹੈ, ਵੱਡਿਆਂ ਦਾ ਸਤਿਕਾਰ ਹੋਣਾ ਚਾਹੀਦਾ ਹੈ, ਹੱਕ ਪਹਿਲਾਂ ਵੱਡੇ ਦਾ ਹੁੰਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਫਿਰ ਮੇਰੀ ਵੱਡੀ ਭੈਣ ਨਾਨਕੀ ਮੇਰੇ ਤੋਂ ਕਿੰਨੇ ਸਾਲ ਵੱਡੀ ਹੈ ਤੇ ਹਾਲੇ ਉਹਨੂੰ ਜਨੇਊ ਨਹੀਂ ਪਾਇਆ। ਪਹਿਲਾਂ ਮੇਰੀ ਭੈਣ ਨੂੰ ਜਨੇਊ ਪਾਓ, ਮੈਂ ਫਿਰ ਪਾਵਾਂਗਾ, ਕਿਉਂਕਿ ਵੱਡਿਆਂ ਦਾ ਹੱਕ ਹੁੰਦਾ ਹੈ, ਇਸ ਲਈ ਉਹਦਾ ਹੱਕ ਬਣਦਾ ਤੇ ਮੇਰਾ ਹੱਕ ਬਣਦਾ ਕਿ ਮੈਂ ਆਪਣੀ ਭੈਣ ਦਾ ਸਤਿਕਾਰ ਕਰਾਂ, ਉਹਦਾ ਹੱਕ ਉਹਨੂੰ ਮਿਲੇ। ਪਹਿਲਾਂ ਮੇਰੀ ਵੱਡੀ ਭੈਣ ਨੂੰ ਜਨੇਊ ਪਾਓ। ਜਦੋਂ ਇਹ ਗੱਲ ਕਹੀ ਤੇ ਬ੍ਰਾਹਮਣ ਦੇ ਹੱਥ ਕੰਬ ਗਏ, ਰੰਗ ਪੀਲਾ ਜਿਹਾ ਹੋ ਗਿਆ, ਪੈਰਾਂ ਥੱਲੋਂ ਜ਼ਮੀਨ ਖਿਸਕਦੀ ਨਜ਼ਰੀ ਪਈ ਔਰ ਜਨੇਊ ਹੱਥ ਚੋਂ ਡਿੱਗ ਪਿਆ। ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਕਿ ਕੀ ਗੱਲ? ਤਾਂ ਬ੍ਰਾਹਮਣ ਕਹਿਣ ਲੱਗਾ, ਨਾਨਕ ਤੂੰ ਅਣਜਾਣ ਹੈ, ਬੱਚਾ ਹੈ, ਬੇਸਮਝ ਹੈ। ਜਨੇਊ ਪਾਉਣ ਦਾ ਔਰਤ ਨੂੰ ਅਧਿਕਾਰ ਨਹੀਂ ਹੈ, ਇਸਤਰੀ ਨੂੰ ਅਧਿਕਾਰ ਨਹੀਂ ਜਨੇਊ ਪਾਉਣ ਦਾ, ਸ਼ੂਦਰ ਨੂੰ ਅਧਿਕਾਰ ਨਹੀਂ, ਨਾ ਔਰਤ ਨੂੰ ਹੈ। ਹੁਣ ਇੱਥੇ ਮੈਂ ਥੋੜੀ ਜਿਹੀ ਬੇਨਤੀ ਜ਼ਰੂਰ ਕਰਾਂਗਾ ਕਿ ਔਰਤ ਦੇ ਨਾਲ ਕਿਤਨੀ ਬਦਸਲੂਕੀ ਕੀਤੀ ਗਈ ਹੈ, ਕਿਤਨੀ ਬੇਨਿਆਈ ਕੀਤੀ ਗਈ ਹੈ। ਪਿਛਲੇ ਇਤਿਹਾਸ ਨੂੰ ਵਾਚ ਕੇ ਵੇਖੋ ਕਿ ਜੇ ਔਰਤ ਦਾ ਪਤੀ ਮਰ ਜਾਏ ਤਾਂ ਉਹ ਪੁਨਰ ਵਿਆਹ ਨਹੀਂ ਸੀ ਕਰ ਸਕਦੀ। ਪਤੀ ਦੇ ਨਾਲ ਉਹਨੂੰ ਜਿੰਦਾ ਜਲਾਇਆ ਜਾਂਦਾ ਸੀ, ਜਿਸ ਨੂੰ ਸਤੀ ਦਾ ਨਾਮ ਦਿੱਤਾ ਜਾਂਦਾ ਸੀ। ਔਰਤ ਦੇ ਨਾਮ ਦੇ ਉੱਤੇ ਕੋਈ ਪ੍ਰੋਪਰਟੀ ਨਹੀਂ ਸੀ ਹੁੰਦੀ।
औरत जो काम आदि करे ते वो सारी इनकम वगैरह सब कुछ मनुख दी सी। इस तो अलावा औरत ਨੂੰ ਇਥੋਂ ਤੱਕ ਵੀ ਲਿਖ ਦਿੱਤਾ ਗਿਆ ਕਿ ਪੈਰ ਦੀ ਜੁੱਤੀ ਹੈ, ਕਿਸੇ ਨੇ ਇਸ ਨੂੰ ਬਘਿਆੜਨ ਔਰ ਕਿਸ ਨੇ ਇਸ ਨੂੰ ਨਰਕ ਦੁਆਰ ਤੇ ਕਿਸੇ ਨੇ ਇਸ ਨੂੰ ਚੈਤਨ ਮਾਇਆ ਕਿਹਾ। ਮਹਾਕਵੀ ਤੁਲਸੀਦਾਸ ਨੇ ਤਾਂ ਇਥੋਂ ਤੱਕ ਲਿਖ ਦਿੱਤਾ, ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਕਿ ਢੋਲ ਵੀ, ਗਮਾਰ ਦਾ ਮਤਲਬ ਮੂਰਖ ਮਨੁੱਖ, ਪਾਗਲ ਵੀ, ਪਸ਼ੂ ਵੀ, ਅਖੌਤੀ ਸ਼ੂਦਰ ਵੀ ਔਰ ਔਰਤ ਵੀ, ਇਹਨਾਂ ਦੀ ਤਾੜਨਾ ਹੁੰਦੀ ਰਹਿਣੀ ਚਾਹੀਦੀ ਹੈ। ਇਹਨਾਂ ਨੂੰ ਤਾੜ ਕੇ ਰੱਖਣਾ ਚਾਹੀਦਾ ਹੈ, ਤਾੜਨਾ ਹੁੰਦੀ ਰਹਿਣੀ ਚਾਹੀਦੀ ਹੈ। ਢੋਲ ਗਵਾਰ ਸ਼ੂਦਰ ਨੂੰ ਜੇ ਡਗਾ ਵੱਜਦਾ ਰਵੇ ਤਾਂ ਠੀਕ। ਇੱਥੋਂ ਤੱਕ ਲਿਖ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬ੍ਰਾਹਮਣ ਨੇ ਕਿਹਾ ਕਿ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, हे ਬ੍ਰਾਹਮਣ ਦੇਵਤਾ, ਜੋ ਰਸਮ ਭੈਣ ਔਰ ਭਰਾ ਦੇ ਅੰਦਰ ਵਿਤਕਰਾ ਪਾਏ, ਇੱਕ ਨੂੰ ਪਵਿੱਤਰ ਤੇ ਦੂਜੇ ਨੂੰ ਅਪਵਿੱਤਰ ਦੱਸੇ, ਇੱਕ ਨੂੰ ਪੈਰ ਦੀ ਜੁੱਤੀ ਤੇ ਦੂਜੇ ਨੂੰ ਸਿਰ ਦੀ ਪੱਗ ਦੱਸੇ, ਜੋ ਵਿਤਕਰੇ ਪਾਏ, ਮੈਂ ਉਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ। ਤੇ ਗੁਰੂ ਜੀ ਨੇ ਪਾਵਨ ਬਚਨ ਵੀ ਕੀਤਾ ਹੈ ਨਾ, ਭੰਡ ਨਿੰਮੀਆਂ ਭੰਡ ਜੰਮੀਆਂ, ਭੰਡ ਮੰਗਣ ਵਿਆਹ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਕਿ ਇਸ ਔਰਤ ਦੇ ਅੰਦਰ ਹੀ ਬੰਦਾ ਨਿਮਦਾ ਹੈ, ਔਰਤ ਦੇ ਪੇਟ ਵਿੱਚ ਹੀ ਵੱਡਾ ਹੁੰਦਾ ਹੈ, ਜਨਮ ਲੈਂਦਾ ਹੈ ਔਰਤ ਤੋਂ, ਔਰਤ ਦਾ ਦੁੱਧ ਪੀ ਕੇ ਪਲਦਾ ਹੈ, ਔਰਤ ਦੇ ਨਾਲ ਹੀ ਮੰਗਣੀ ਹੁੰਦੀ ਹੈ, ਔਰਤ ਦੇ ਨਾਲ ਹੀ ਵਿਆਹ ਹੁੰਦਾ ਹੈ। ਜੇ ਔਰਤ ਮਰ ਜਾਏ ਫਿਰ ਦੂਜੀ ਔਰਤ ਨਾਲ ਸ਼ਾਦੀ ਕਰਾਉਂਦਾ ਹੈ। ਔਰਤ ਦੇ ਨਾਲ ਹੀ ਇਹ ਸਾਰੇ ਰਿਸ਼ਤੇ ਨਾਤੇ ਚੱਲਦੇ ਨੇ, ਔਰਤ ਦੇ ਨਾਲ ਹੀ ਕੁੱਲਾਂ ਚੱਲਦੀਆਂ ਨੇ, ਔਰਤ ਦੇ ਨਾਲ ਇਹ ਸ੍ਰਿਸ਼ਟੀ ਚੱਲ ਰਹੀ ਹੈ। ਫਿਰ ਉਸ ਔਰਤ ਨੂੰ ਕਿਉਂ ਮਾੜਾ ਕਿਹਾ ਜਾਏ ਜਿਸ ਔਰਤ ਨੇ ਮਹਾਨ ਵੱਡੀਆਂ ਸ਼ਖਸੀਅਤਾਂ ਨੂੰ ਜਨਮ ਦਿੱਤਾ ਹੈ। ਜੇ ਔਰਤ ਨਾ ਹੋਵੇ ਤੇ ਸ੍ਰਿਸ਼ਟੀ ਚੱਲ ਨਹੀਂ ਸਕਦੀ। ਇਸ ਲਈ ਔਰਤ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ, ਇਸ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਆਪ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਧਰਮ ਗ੍ਰੰਥ ਦੇਖੋਗੇ ਜਿਸ ਦੇ ਅੰਦਰ ਔਰਤ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਗਿਆ ਹੈ ਔਰ ਔਰਤ ਨੂੰ ਰੱਬ ਦਾ ਰੂਪ ਕਿਹਾ ਹੈ। ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ, ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ। ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਔਰ ਨਾਲ ਉਪਦੇਸ਼ ਦਿੱਤਾ ਕਿ ਮੈਨੂੰ ਐਸੇ ਜਨੇਊ ਦੀ ਜ਼ਰੂਰਤ ਹੈ ਜੋ ਇੱਕ ਤੇ ਇਹਨਾਂ ਵਿਤਕਰਿਆਂ ਨੂੰ ਖਤਮ ਕਰੇ, ਸੰਸਾਰ ਦੇ ਅੰਦਰ ਇੱਕ ਸੁਰਤਾ ਪੈਦਾ ਕਰੇ ਔਰ ਜੋ ਮਨੁੱਖ ਦੇ ਨਾਲ ਹਰ ਵਕਤ ਰਹੇ, ਆਤਮਿਕ ਜ਼ਿੰਦਗੀ ਦੇ ਸਕੇ, ਇਨਸਾਨ ਦੇ ਅੰਦਰ ਇਨਸਾਨੀਅਤ ਪੈਦਾ ਕਰ ਸਕੇ, ਜੋ ਸਾਨੂੰ ਰੱਬ ਤੱਕ ਪਹੁੰਚਾ ਦੇਵੇ, ਜੋ ਆਤਮਿਕ ਜੀਵਨ ਬਖਸ਼ਿਸ਼ ਕਰੇ, ਉਹ ਜਨੇਊ ਚਾਹੀਦਾ। ਗੁਰਦੇਵ ਪਾਤਸ਼ਾਹ ਹੁਣ ਬਚਨ ਕਰਦੇ ਨੇ ਕਿ ਕਿਹੜਾ ਜਨੇਊ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ। ਜਿਵੇਂ ਕਪਾਹ ਤੋਂ ਸੂਤਰ ਕੱਤ ਕੇ ਧਾਗਾ ਬਣਾ ਕੇ ਜਨੇਊ ਬਣਾਇਆ ਜਾਂਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਦਇਆ ਦੀ ਕਪਾਹ ਚਾਹੀਦੀ ਹੈ, ਜ਼ਿੰਦਗੀ ਦੇ ਅੰਦਰ ਦਇਆ ਚਾਹੀਦੀ ਹੈ ਤੇ ਸੂਤ ਚਾਹੀਦਾ ਹੈ ਸੰਤੋਖ ਦਾ। ਦੇਖੋ, ਜਿੱਥੇ ਦਇਆ ਹੋਏਗੀ ਉੱਥੇ ਧਰਮ ਪੈਦਾ ਹੋਏਗਾ। ਧੌਲ ਧਰਮ ਦਇਆ ਕਾ ਪੂਤ। ਜਿੱਥੇ ਦਇਆ ਹੈ ਉੱਥੇ ਧਰਮ ਦਾ ਜਨਮ ਹੋਏਗਾ, ਜਿੱਥੇ ਦਇਆ ਨਹੀਂ ਉੱਥੇ ਧਰਮ ਵੀ ਪੈਦਾ ਨਹੀਂ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਦਇਆ ਕਪਾ, ਦਇਆ ਹੋਣੀ ਚਾਹੀਦੀ ਹੈ ਬੰਦੇ ਦੇ ਮਨ ਵਿੱਚ, ਸੰਤੋਖ ਦਾ ਸੂਤਰ ਹੋਣਾ ਚਾਹੀਦਾ ਹੈ। ਜੇ ਮਨੁੱਖ ਦੇ ਮਨ ਵਿੱਚ ਸੰਤੋਖ ਨਹੀਂ ਤਾਂ ਉਹ ਕਦੇ ਵੀ ਸ਼ਾਂਤ ਨਹੀਂ ਰਹੇਗਾ। ਇਹ ਬ੍ਰਾਹਮਣ ਤੇਰੇ ਮਨ ਵਿੱਚ ਤੇ ਦਇਆ ਹੀ ਨਹੀਂ ਹੈ। ਤੂੰ ਤੇ ਔਰਤ ਨੂੰ ਪੈਰ ਦੀ ਜੁੱਤੀ ਕਹਿ ਰਿਹਾ ਹੈ, ਤੂੰ ਸ਼ੂਦਰ ਨੂੰ ਦੁਰਕਾਰ ਰਿਹਾ ਹੈ। ਇਸ ਸੰਸਾਰ ਦੇ ਅੰਦਰ ਉਦੋਂ ਵੀ ਦਇਆ ਦੀ ਲੋੜ ਸੀ ਤੇ ਅੱਜ ਵੀ ਦਇਆ ਦੀ ਲੋੜ ਹੈ। ਕਿਵੇਂ? ਅੱਜ ਇੱਕ ਨਿੱਕੀ ਜੀ ਹੋਰ ਮੈਂ ਆਪ ਦੇ ਨਾਲ ਗੱਲ ਸਾਂਝੀ ਕਰਾਂ ਕਿ ਦੋ ਮਜ਼ਦੂਰ ਜਾ ਰਹੇ ਨੇ, ਪਤੀ ਪਤਨੀ, ਆਪਣੇ ਪਿੰਡ ਨੂੰ। ਆਪਣਾ ਸਮਾਨ ਚੁੱਕਿਆ ਹੋਇਆ, ਨਾਲ ਔਰਤ ਨੇ ਬੱਚਾ ਚੁੱਕਿਆ ਹੋਇਆ, ਭੁੱਖੇ ਨੇ। ਰਾਸਤੇ ਦੇ ਵਿੱਚ ਪੁਲਿਸ ਨੇ ਰੋਕਿਆ ਹੈ, ਰੁਕੋ, ਕਿੱਧਰ ਜਾ ਰਹੇ ਹੋ? ਤੇ ਉਹ ਬੰਦਾ ਬੜੇ ਪਿਆਰ ਦੇ ਨਾਲ ਆਪਣਾ ਸਮਾਨ ਥੱਲੇ ਰੱਖ ਦਿੰਦਾ ਹੈ
ਤੇ ਕਹਿੰਦਾ ਹੈ ਮਹਾਰਾਜ ਅਸੀਂ ਰੁਕ ਜਾਵਾਂਗੇ, ਸਾਨੂੰ ਮਾਰਿਓ ਨਾ, ਅਸੀਂ ਰੁਕ ਜਾਵਾਂਗੇ, ਅਸੀਂ ਇੱਥੇ ਹੀ ਰੁਕ ਜਾਾਂਗੇ। ਉਹ ਸਮਾਨ ਰੱਖ ਲੈਂਦਾ, ਕਹਿੰਦੇ ਅਸੀਂ ਇੱਥੇ ਹੀ ਰੁਕ ਜਾਾਂਗੇ, ਇੱਥੇ ਕਹੋਗੇ ਤੇ ਇੱਥੇ ਹੀ ਰੁਕੇ ਰਵਾਂਗੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਤੇ ਉਹ ਕਹਿਣ ਲੱਗੇ ਤੁਸੀਂ ਭੁੱਖੇ ਹੋ, ਤੁਹਾਡਾ ਬੱਚਾ ਭੁੱਖਾ ਹੈ। ਕਹਿਣ ਲੱਗੇ ਅਸੀਂ ਆਪਣੇ ਪਿੰਡ ਜਾ ਰਹੇ ਹਾਂ, ਕਿੰਨੀ ਦੂਰ ਜਾਣਾ ਹੈ? ਕਹਿਣ ਲੱਗੇ ਅਸੀਂ 100 ਕਿਲੋਮੀਟਰ ਤੁਰ ਕੇ ਆ ਗਏ ਹਾਂ ਤੇ 70 ਕਿਲੋਮੀਟਰ ਹੋਰ ਜਾਣਾ ਹੈ। ਕਹਿਣ ਲੱਗੇ ਤੁਹਾਡਾ ਬੱਚਾ, ਅਸੀਂ ਇਸ ਬੱਚੇ ਨੂੰ ਪਿੰਡ ਤੱਕ ਪਹੁੰਚਾਉਣਾ ਹੈ, ਬੱਚਾ ਭੁੱਖਾ ਹੈ। ਉਹ ਕਹਿਣ ਲੱਗੇ ਨਹੀਂ ਨਹੀਂ, ਸਾਡਾ ਬੱਚਾ ਭੁੱਖਾ ਨਹੀਂ, ਬਿਲਕੁਲ ਵੀ ਭੁੱਖਾ ਨਹੀਂ, ਇਹ ਬੱਚਾ ਤੇ ਜੀ ਮਰ ਚੁੱਕਾ ਹੈ, ਇਸ ਤੇ ਮਰੇ ਬੱਚੇ ਦੀ ਲਾਸ਼ ਚੁੱਕ ਕੇ ਜਾ ਰਹੇ ਹਨ। ਔਰ ਕਿਵੇਂ ਉਹ ਔਰਤ ਲੈ ਕੇ ਬਹਿ ਜਾਂਦੀ ਤੇ ਬੱਚਾ ਤਿਲਕ ਜਾਂਦਾ। ਯਾਨੀ ਅੱਜ ਆ ਕਰੋਨਾ ਵਾਇਰਸ ਕਰਕੇ ਸਰਕਾਰਾਂ ਨੂੰ ਕੀ ਕੁਛ ਕਰਨਾ ਚਾਹੀਦਾ ਸੀ, ਹੈ ਨਾ ਦਇਆ ਦੀ ਲੋੜ। ਕੱਲ ਮੈਂ ਆਪ ਨਾਲ ਸਾਂਝੀ ਕੀਤੀ ਸੀ ਵਿਚਾਰ ਕਿ ਇੱਕ ਬੰਦਾ ਮਰਾ ਹੋਇਆ ਕੁੱਤਾ ਸੜਕ ਦੇ ਉੱਤੋਂ ਖਾਣ ਲਈ ਮਜਬੂਰ ਹੈ। ਇਹ ਦਇਆ ਮਨ ਦੇ ਅੰਦਰ ਚਾਹੀਦੀ ਹੈ। ਜੇ ਦਇਆ ਨਹੀਂ ਤਾਂ ਸਮਝ ਲੈਣਾ ਇਨਸਾਨੀਅਤ ਉਸ ਦਿਨ ਖਤਮ ਹੋ ਜਾਂਦੀ ਹੈ, ਜਦੋਂ ਬੰਦੇ ਦੇ ਅੰਦਰੋਂ ਦਇਆ ਮੁੱਕ ਜਾਏ, ਜਦੋਂ ਕਿਸੇ ਨੂੰ ਨੀਵਾਂ, ਕਿਸੇ ਨੂੰ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਲੱਗ ਜਾਏ, ਤਾਂ ਅੰਦਰੋਂ ਸਮਝ ਲਓ ਦਇਆ ਮੁੱਕ ਗਈ। ਕਿੰਨੇ ਲੋਕ ਨੇ ਜੋ ਫੁੱਟਪਾਥਾਂ ਤੇ ਬੈਠੇ ਨੇ, ਕਿੰਨੇ ਲੋਕ ਨੇ ਜਿਨ੍ਹਾਂ ਦੇ ਕੋਲ ਪਾਣ ਲਈ ਵਸਤਰ, ਖਾਣ ਲਈ ਭੋਜਨ ਨਹੀਂ। ਦਇਆ ਚਾਹੀਦੀ ਹੈ ਨਾ, ਸੰਤੋਖ ਸੂਤ, ਜ਼ਿੰਦਗੀ ਅੰਦਰ ਸੰਤੋਖ ਚਾਹੀਦਾ ਹੈ। ਸੰਤੋਖੀ ਮਨੁੱਖ ਹੀ ਕਿਸੇ ਨੂੰ ਕੁਛ ਦੇ ਪਾਏਗਾ, ਤੇ ਜਿਸ ਦਾ ਆਪਣਾ ਹੀ ਪੇਟ ਨਹੀਂ ਭਰਿਆ ਉਹ ਤੇ ਲੋਕਾਂ ਦੇ ਹੱਕ ਖਾ ਜਾਏਗਾ। ਔਰ ਕਈ ਲੋਕ ਇੰਨੇ ਭੁੱਖੇ ਹੁੰਦੇ ਨੇ, ਇੰਨੇ ਭੁੱਖੇ ਹੁੰਦੇ ਨੇ, ਦੂਜਿਆਂ ਦੀ ਇੱਜ਼ਤ ਵੀ ਖਾ ਜਾਂਦੇ ਨੇ, ਦੂਜਿਆਂ ਦੀਆਂ ਭਾਵਨਾਵਾਂ ਵੀ ਖਾ ਜਾਂਦੇ। ਸੰਤੋਖ ਚਾਹੀਦਾ ਜ਼ਿੰਦਗੀ 'ਚ। ਜਤ ਗੰਢੀ, ਜੋ ਜਨੇਊ ਨੂੰ ਗੰਢਾਂ ਦਿੱਤੀਆਂ ਨੇ ਨਾ, ਜਤ ਦੀ ਗੰਢ ਹੋਣੀ ਚਾਹੀਦੀ ਹੈ। ਇੰਦਰੀਆਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ, ਜ਼ਬਾਨ ਤੇ ਕੰਟਰੋਲ। ਜੇ 70-80 ਕਿਲੋ ਸਰੀਰ ਸੰਭਾਲਣ ਦੀ ਬਜਾਏ ਬੰਦਾ ਆਪਣੀ 50 ਗ੍ਰਾਮ ਦੀ ਜ਼ਬਾਨ ਦੇ ਉੱਤੇ ਕੰਟਰੋਲ ਕਰ ਲਵੇ, ਇਹਦੀਆਂ ਬਹੁਤ ਸਮੱਸਿਆਵਾਂ ਹੱਲ ਹੋ ਜਾਣ। ਜੇ ਬੰਦਾ ਆਪਣੀਆਂ ਨਜ਼ਰਾਂ ਦੇ ਉੱਤੇ ਕੰਟਰੋਲ ਕਰ ਲਵੇ, ਹਰ ਧੀ ਭੈਣ ਨੂੰ ਧੀ ਭੈਣ ਦੀ ਤਰ੍ਹਾਂ ਵੇਖੇ, ਆਪਣੇ ਹੱਥਾਂ ਦੇ ਉੱਤੇ ਕੰਟਰੋਲ ਕਰ ਲਵੇ, ਬੇਗਾਨੇ ਹੱਕ ਨਾ ਖਾਏ, ਨਸ਼ੇ ਆਦਿਕ ਨਾ ਵਰਤੇ, ਇਹ ਗੰਢ ਹੋਣੀ ਚਾਹੀਦੀ ਹੈ। 7 ਦੇ ਵੱਟ ਚਾੜੇ ਹੋਏ ਨੇ, ਉੱਚਾ ਆਚਰਨ, ਜ਼ਿੰਦਗੀ ਦੇ ਅੰਦਰ ਸਚਾਈ ਹੋਵੇ, ਉੱਚਾ ਆਚਰਨ ਹੋਵੇ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਇਹ ਜਿੰਦ ਦਾ ਜਨੇਊ ਹੈ, ਆਤਮਿਕ ਜੀਵਨ ਦਾ ਜਨੇਊ ਹੈ। ਜੇ ਤੇਰੇ ਕੋਲ ਇਹ ਹੈ ਤੇ ਮੈਨੂੰ ਪਾ ਦੇ, ਮੈਂ ਪਾਣ ਲਈ ਤਿਆਰ। ਜੇ ਇਹ ਹੈ ਤਾਂ ਪਾ ਦੇ, ਮੈਂ ਪਾਣ ਲਈ ਤਿਆਰ ਹਾਂ। ਇਹਨਾਂ ਗੁਣਾਂ ਦੇ ਜਨੇਊ ਦੇ ਨਾਲ ਜ਼ਿੰਦਗੀ ਦੇ ਅੰਦਰ ਆਤਮਿਕ ਜੀਵਨ ਪੈਦਾ ਹੋਏਗਾ। ਤੇ ਜੇ ਇਹ ਗੁਣ ਨਹੀਂ ਤਾਂ ਬਾਹਰ ਦੇ ਜੋ ਧਾਰਮਿਕ ਚਿੰਨ੍ਹ ਨੇ ਉਹ ਵਿਅਰਥ ਨੇ, ਚਾਹੇ ਉਹ ਕਿਸੇ ਵੀ ਧਰਮ ਮਜ਼ਹਬ ਦੇ ਨੇ। ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਗੱਲ ਇੱਕ ਦੇ ਨਾਲ ਕੀਤੀ ਜਾ ਰਹੀ ਹੈ ਤੇ ਗੁਰਬਾਣੀ ਸਰਬ ਸਾਂਝੀ ਹੈ। ਸਾਖੀ ਮਹਾਂਪੁਰਖ ਬੋਲਦੇ ਪਰਥਾਏ ਸਾਂਝੀ ਸਗਲ ਜਹਾਨ ਹੈ। ਕਿ ਧਾਰਮਿਕ ਚਿੰਨ੍ਹ ਪਾਏ ਹੋਏ ਫਿਰ ਵਿਅਰਥ ਹੋ ਜਾਣਗੇ ਜੇਕਰ ਇਹ ਗੁਣ ਨਹੀਂ ਹਨ। ਅਗਲਾ ਬਚਨ ਕਰਦੇ ਨੇ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਇਹ ਜਿਹੜਾ ਗੁਣਾਂ ਦਾ ਜਨੇਊ ਹੈ ਨਾ, ਉੱਚਾ ਆਚਰਨ, ਦਇਆ, ਸੰਤੋਖ, ਸੱਚਾਈ, ਨਾ ਤੇ ਇਹ ਜਨੇਊ ਟੁੱਟਦਾ, ਨਾ ਹੀ ਇਹਨਾਂ ਗੁਣਾਂ ਨੂੰ ਅੱਗ ਸਾੜ ਸਕਦੀ ਹੈ, ਨਾ ਇਹਨਾਂ ਗੁਣਾਂ ਨੂੰ ਚੁਰਾਇਆ ਜਾ ਸਕਦਾ ਹੈ, ਖਤਮ ਨਹੀਂ ਹੁੰਦਾ, ਇਹ ਸदैਵੀ। ਔਰ ਇਹਨਾਂ ਗੁਣਾਂ ਰਾਹੀਂ ਜ਼ਿੰਦਗੀ ਦੇ ਅੰਦਰ ਸदैਵੀ ਖੁਸ਼ੀ ਪੈਦਾ ਹੋਏਗੀ। ਜੇ ਤੇਰੇ ਕੋਲ ਹੈ ਤੇ ਮੈਂ ਪਾਣ ਲਈ ਤਿਆਰ ਹਾਂ। ਇਹ ਜਿੰਦ ਦਾ ਜਨੇਊ ਹੈ। ਇਹਨਾਂ ਗੁਣਾਂ ਨੂੰ ਅੰਤਰ ਆਤਮੇ ਧਾਰਨ ਕਰਨਾ ਹੈ, ਆਪਣੀ ਮਾਨਸਿਕਤਾ ਦੇ ਵਿੱਚ ਵਸਾਣਾ ਹੈ, ਚਿੱਤ ਦੇ ਅੰਦਰ ਵਸਾਣਾ ਹੈ, ਸੁਰਤ ਦੇ ਅੰਦਰ ਵਸਾਣਾ ਹੈ। ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਗੁਰੂ ਨਾਨਕ ਦੇਵ ਕਹਿੰਦੇ ਨੇ, ਪਿਆਰਿਓ, ਸਾਰਿਆਂ ਨੂੰ ਸੁਣਾ ਕੇ ਕਹਿ ਰਹੇ ਨੇ ਕਿ ਉਹ ਬੰਦੇ ਧੰਤਾ ਯੋਗ ਨੇ ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲ ਵਿੱਚ ਪਾਇਆ ਹੋਇਆ, ਜਿਨ੍ਹਾਂ ਨੇ ਇਹ ਗੁਣ ਧਾਰਨ ਕੀਤੇ ਹੋਏ ਨੇ। ਉਹ ਲੋਕ ਇਸਤਰੀਆਂ ਪੁਰਸ਼ ਧੰਤਾ ਯੋਗ। ਤੇ ਇਹ ਜਿਹੜੇ ਗੁਣ ਨੇ ਇਹ ਸਾਂਝੇ ਨੇ,
ਇਹਨਾਂ ਨੂੰ ਬ੍ਰਾਹਮਣ ਵੀ ਧਾਰਨ ਕਰ ਸਕਦਾ ਹੈ, ਖੱਤਰੀ ਵੀ ਧਾਰਨ ਕਰ ਸਕਦਾ ਹੈ, ਸ਼ੂਦਰ ਵੀ ਧਾਰਨ ਕਰ ਸਕਦਾ ਹੈ, ਵੈਸ਼ਯ ਵੀ ਧਾਰਨ ਕਰ ਸਕਦਾ ਹੈ, ਇਸਤਰੀ ਵੀ ਧਾਰਨ ਕਰ ਸਕਦੀ ਹੈ, ਬੱਚੀ ਬੱਚਾ ਕੋਈ ਵੀ ਹੈ। ਇਹ ਸਰਬ ਸਾਂਝੇ ਗੁਣ ਨੇ। ਇਹ ਹਰ ਥਾਂ ਦੇ ਉੱਤੇ, ਹਰ ਦੇਸ਼ ਦੇ ਵਿੱਚ ਧਾਰਨ ਕੀਤੇ ਜਾ ਸਕਦੇ ਨੇ। ਹਰ ਰੰਗ, ਹਰ ਆਕਾਰ, ਹਰ ਉਮਰ ਦਾ ਵਿਅਕਤੀ ਇਹਨਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਆਤਮਿਕ ਜ਼ਿੰਦਗੀ ਜੀ ਸਕਦਾ ਹੈ, ਅੰਦਰ ਜ਼ਮੀਰ ਪੈਦਾ ਹੋ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਚੌਕੜ ਮੁੱਲ ਅਣਾਇਆ। ਚੌਕੜ ਦਾ ਮਤਲਬ 4 ਕੌਡੀਆਂ ਦਾ। 4 ਕੌਡੀਆਂ ਦਾ ਧਾਗਾ ਮੁੱਲ ਲਿਆਂਦਾ। ਅਣਾਇਆ ਦਾ ਮਤਲਬ ਉਹਨੂੰ ਮੰਗਵਾਇਆ, ਅਣਾਇਆ ਦਾ ਮਤਲਬ ਮੰਗਵਾਇਆ। ਬਹਿ ਚੌਕੇ ਪਾਇਆ, ਔਰ ਚੌਕੇ ਦੇ ਅੰਦਰ ਬਹਿ ਕੇ ਤੇ ਗਲ ਦੇ ਵਿੱਚ ਪਾ ਦਿੱਤਾ। 4 ਕੌਡੀਆਂ ਦਾ ਧਾਗਾ ਮੰਗਾ ਕੇ ਚੌਕੇ ਦੇ ਅੰਦਰ ਬਹਿ ਕੇ ਸਾਰਿਆਂ ਦੇ ਸਾਹਮਣੇ ਤੇ ਬ੍ਰਾਹਮਣ ਨੇ ਜਨੇਊ ਗਲ ਦੇ ਵਿੱਚ ਪਾ ਦਿੱਤਾ। ਅਗਲਾ ਬਚਨ ਕਰਦੇ ਨੇ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਇਹਨੂੰ ਸਿੱਖਾ ਨਹੀਂ ਪੜਨਾ, ਸਿੱਖਾ ਬਿੰਦੀ ਤੋਂ ਬਿਨਾ। ਸਿੱਖਾ ਦਾ ਮਤਲਬ ਸਿੱਖਿਆ। ਕੰਨ ਚੜਾਈਆ, ਕੰਨ ਦੇ ਨਨ ਨਾਲ ਸਿਹਾਰੀ, ਕੰਨ ਵਿੱਚ ਚੜਾਈਆ ਦਾ ਮਤਲਬ ਚੜਾ ਦਿੱਤੀ, ਬੋਲ ਦਿੱਤੀ। ਬ੍ਰਾਹਮਣ ਨੇ ਸਾਰਿਆਂ ਦੇ ਸਾਹਮਣੇ ਗਲੇ ਵਿੱਚ ਜਨੇਊ ਪਾ ਦਿੱਤਾ, ਕੰਨ ਦੇ ਵਿੱਚ ਸਿੱਖਿਆ ਬੋਲ ਦਿੱਤੀ, ਗੁਰ ਬ੍ਰਾਹਮਣ ਥੀਆ, ਤੇ ਨਾਲ ਅੱਜ ਤੋਂ ਤੇਰਾ ਗੁਰੂ ਜਿਹੜਾ ਹੈ ਉਹ ਬ੍ਰਾਹਮਣ ਬਣ ਗਿਆ। ਹਰ ਕਾਰਜ ਹੁਣ ਉਸ ਪੁਜਾਰੀ ਤੋਂ ਪੁੱਛ ਕੇ ਕਰਨਾ। ਸਿੱਖਿਆ ਦੇ ਦਿੱਤੀ ਕੰਨ ਦੇ ਵਿੱਚ ਕਿ ਤੂੰ ਇਹ ਕਰਮ ਕਰਨੇ ਨੇ, ਔਰ ਤੇਰਾ ਗੁਰੂ ਜਿਹੜਾ ਹੈ ਅੱਜ ਤੋਂ ਲੈ ਕੇ ਪੁਜਾਰੀ ਹੈ। ਹੁਣ ਗੁਰੂ ਜੀ ਕਹਿੰਦੇ ਨੇ, ਉਹ ਮੂਆ, ਉਹ ਝੜ ਪਿਆ, ਵੀ ਤੱਗਾ ਗਿਆ। ਇਹ ਬ੍ਰਾਹਮਣ ਦੀ ਵਿਚਾਰਧਾਰਾ ਹੁਣ ਦੱਸਦੇ ਨੇ ਕਿ ਤੂੰ ਕਹਿੰਦਾ ਕਿ ਇਹ ਜਨੇਊ ਤੇਰਾ ਧਰਮ ਰੱਖੇਗਾ, ਤੈਨੂੰ ਅੱਗੇ ਦਰਗਾਹ ਦੇ ਅੰਦਰ ਥਾਂ ਮਿਲੇਗੀ, ਦਰਗਾਹ ਵਿੱਚ ਥਾਂ ਮਿਲੇਗੀ, ਸਵਰਗ ਵਿੱਚ ਜਾਏਗਾ। ਤੇ ਗੁਰੂ ਜੀ ਕਹਿੰਦੇ ਨੇ, ਉਹ ਜਨੇਊ ਜਿਸ ਨੇ ਪਾਇਆ ਉਹ ਮਰ ਗਿਆ, ਉਹ ਮੂਆ, ਉਹ ਝੜ ਪਿਆ, ਤੇ ਉਹ ਜਿਹੜਾ ਜਨੇਊ ਸੀ ਉਹ ਝੜ ਗਿਆ, ਅੱਗ ਦੇ ਨਾਲ ਸੜ ਗਿਆ। ਵੇ ਤੱਗਾ ਗਿਆ। ਤੇ ਜਿਹੜੀ ਜਿੰਦ ਸੀ ਜਿਹਨੂੰ ਤੂੰ ਕਹਿੰਦਾ ਆਤਮਾ ਕਿ ਅੱਗੇ ਜਿਹਨੂੰ ਸਵਰਗ ਦੇ ਵਿੱਚ ਜਾਣਾ ਹੈ, ਉਹ ਤੇ ਬੇਤੱਗ ਹੀ ਗਿਆ, ਉਹ ਤੇ ਜਨੇਊ ਤੋਂ ਬਿਨਾਂ ਹੀ ਗਿਆ। ਜਨੇਊ ਨੇ ਧਰਮ ਰੱਖਣਾ ਸੀ, ਜਨੇਊ ਨੇ ਸਵਰਗ ਵਿੱਚ ਪਹੁੰਚਾਣਾ ਸੀ। ਬ੍ਰਾਹਮਣ ਕਹਿੰਦਾ ਨਾ ਕਿ ਅੱਗੇ ਨਰਕ ਹੈ, ਸਵਰਗ ਹੈ, ਪੁਜਾਰੀ ਕਹਿੰਦੇ ਨੇ। ਹੁਣ ਪੁਜਾਰੀ ਦੇ ਮੁਤਾਬਕ ਜਨੇਊ ਨੇ ਪਹੁੰਚਾਣਾ ਸੀ ਸਵਰਗ ਵਿੱਚ, ਤੇ ਜਨੇਊ ਇੱਥੇ ਸੜ ਗਿਆ। ਤੇ ਜਿੰਦ ਤੇ ਬਿਨਾਂ ਜਨੇਊ ਤੋਂ ਗਈ ਨਾ, ਫਿਰ ਉਹਦਾ ਕੀ ਹਾਲ ਹੋਏਗਾ? ਸਵਰਗ ਵਿੱਚ ਕਿਵੇਂ ਵੜੇਗਾ ਬਿਨਾਂ ਉਤੋਂ ਜਨੇਊ? ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਤੁਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਓ ਨਾ, ਫਿਰ ਤੁਹਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਮਰਨ ਤੋਂ ਬਾਅਦ ਸਵਰਗ ਵਿੱਚ ਜਾਵਾਂਗਾ। ਇਹ ਜ਼ਿੰਦਗੀ ਹੀ ਸਵਰਗ ਬਣ ਜਾਏਗੀ, ਇਹ ਜ਼ਿੰਦਗੀ ਹੀ ਸਵਰਗ ਬਣ ਜਾਏਗੀ। ਤੇ ਜੇ ਤੁਸੀਂ ਗੁਣਾਂ ਦੇ ਧਾਰਨੀ ਨਹੀਂ, ਫਿਰ ਜਿੰਨੇ ਮਰਜ਼ੀ ਧਾਰਮਿਕ ਪਹਿਨਾਵੇ ਪਹਿਨ ਲਓ, ਧਾਰਮਿਕ ਚਿੰਨ੍ਹ ਧਾਰਨ ਕਰ ਲਓ, ਜੇ ਗੁਣਾਂ ਦੇ ਧਾਰਨੀ ਨਹੀਂ ਤਾਂ ਇਹ ਜ਼ਿੰਦਗੀ ਨਰਕ ਬਣ ਜਾਏਗੀ। ਔਰ ਦੇਖੋ, ਇੱਕ ਸੱਚਾਈ ਹੈ, ਧਾਰਮਿਕ ਦੁਨੀਆ ਵੱਲ ਇੱਕ ਝਾਤ ਮਾਰ ਕੇ ਵੇਖੋ। ਮੈਂ ਇੱਕ ਧਰਮ ਦੀ ਗੱਲ ਨਹੀਂ ਕਰ ਰਿਹਾ, ਟੋਟਲ ਜਿੰਨੇ ਵੀ ਧਰਮ ਮਜ਼ਹਬ ਨੇ, ਇੱਕ ਝਾਤ ਮਾਰ ਕੇ ਵੇਖੋ। ਕਰੀਬ 17% ਜਾਂ 27% ਲੋਕ ਕਹਿੰਦੇ ਨੇ ਨਾਸਤਕ ਨੇ, ਜਿਹੜੇ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜੋ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ। 17 ਮੰਨ ਲਓ, 27 ਮੰਨ ਲਓ, ਜਿੰਨੇ ਮਰਜ਼ੀ। ਇਹਦਾ ਮਤਲਬ 80-85% ਲੋਕ ਧਾਰਮਿਕ ਨੇ, ਜੋ ਰੱਬ ਵਿੱਚ ਔਰ ਧਰਮ ਵਿੱਚ ਵਿਸ਼ਵਾਸ ਰੱਖਦੇ ਨੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਫਿਰ ਦੁਨੀਆ ਦੇ ਵਿੱਚ 80-85% ਚੰਗਿਆਈਆਂ ਚਾਹੀਦੀਆਂ ਨੇ। 80-85% ਲੋਕਾਂ ਵਿੱਚ ਦਇਆ ਚਾਹੀਦੀ ਹੈ, ਸੰਤੋਖ ਚਾਹੀਦੀ ਹੈ। 80-85% ਲੋਕ ਰੱਬ ਵਰਗੇ ਹੋਣੇ ਚਾਹੀਦੇ ਨੇ। ਤੇ ਕੀ ਖਿਆਲ ਹੈ ਮੇਰੀ ਭੈਣੋ ਤੇ ਵੀਰੋ, 85% ਕਿਵੇਂ ਦੇ ਨੇ ਲੋਕ? ਮੰਦਰਾਂ ਵਿੱਚ ਹਿੰਦੂ ਵੀਰ ਲੜ ਰਹੇ ਨੇ, ਮਸੀਤਾਂ ਵਿੱਚ ਮੁਸਲਮਾਨ ਲੜ ਰਹੇ ਨੇ, ਸਿੱਖ ਗੁਰਦੁਆਰਿਆਂ ਵਿੱਚ ਲੜ ਰਹੇ ਨੇ, ਈਸਾਈ ਗਿਰਜਿਆਂ ਵਿੱਚ ਲੜ ਰਹੇ ਨੇ। ਇੱਕ ਧਰਮ ਦੂਜੇ ਧਰਮ ਨਾਲ ਲੜ ਰਿਹਾ ਹੈ। ਇੱਕ ਹੀ ਧਰਮ ਦੇ ਮੰਨਣ ਹਾਰੇ ਆਪਣੇ ਹੀ ਧਰਮ ਨੂੰ ਮੰਨਣ ਵਾਲਿਆਂ ਦੇ ਨਾਲ ਲੜ ਰਹੇ ਨੇ।
ਤੇ ਫਿਰ ਧਰਮ ਕਿੱਧਰ ਗਿਆ? ਇਹ ਜ਼ਿੰਦਗੀ ਨਰਕ ਬਣ ਗਈ ਨਾ। ਧਰਮੀ ਅਖਵਾਨ ਵਾਲਿਆਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ, ਔਰ ਕੱਲੀ ਉਹਨਾਂ ਦੀ ਆਪਣੀ ਨਹੀਂ ਬਣੀ ਹੋਈ, ਉਹਨਾਂ ਲੋਕਾਂ ਨੇ ਦੂਜਿਆਂ ਦੀ ਜ਼ਿੰਦਗੀ ਵੀ ਨਰਕ ਬਣਾਈ ਹੋਈ ਹੈ। ਆ ਨਰਕ ਸਵਰਗ ਦੇ ਝਮੇਲੇ, ਭੂਤਾਂ ਪ੍ਰੇਤਾਂ ਦੇ ਝਮੇਲੇ, ਟੂਣੇ ਤਵੀਤਾਂ ਦੇ ਝਮੇਲੇ, ਮੰਤਰਾਂ ਜੰਤਰਾਂ ਦੇ ਝਮੇਲੇ ਅਖੌਤੀ ਧਾਰਮਿਕ ਲੋਕਾਂ ਨੇ ਪਾਏ ਨੇ ਨਾ ਬਹੁਤਿਆਂ ਨੂੰ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜੇ ਤੁਸੀਂ ਗੁਨਾਹ ਦੇ ਧਾਰਨੀ ਹੋ ਕੇ ਜੀਂਦੇ ਹੋ, ਚਾਹੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ ਕੋਈ ਵੀ ਹੈ, ਇਹ ਜ਼ਿੰਦਗੀ ਹੀ ਸਵਰਗ ਬਣ ਜਾਏਗੀ। ਅਗਲਾ ਵਚਨ ਕਰਦੇ ਕਿ ਧਾਰਮਿਕ ਚਿੰਨ੍ਹ ਵੀ ਪਾਏ ਹੋਏ ਨੇ, ਜਨੇਊ ਵੀ ਪਾਇਆ ਹੈ। ਹੋਰ ਧਰਮ ਦੇ ਲੋਕਾਂ ਨੇ ਆਪਣੇ ਆਪਣੇ ਧਰਮ ਦੇ ਚਿੰਨ੍ਹ ਪਾਏ ਨੇ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ। ਬੰਦਾ ਲੱਖਾਂ ਚੋਰੀਆਂ ਕਰਦਾ, ਲੱਖਾਂ ਚੋਰੀਆਂ ਕਰਦਾ। ਦੇਖੋ ਤੁਸੀਂ YouTube ਦੇ ਉੱਤੇ ਪਾਓ ਗੋਲਕ ਚੋਰ, ਗੋਲਕ ਚੋਰ, ਤੁਹਾਨੂੰ ਗੁਰਦੁਆਰਿਆਂ ਦੇ ਵਿੱਚ ਗੋਲਕ ਦੇ ਵਿੱਚੋਂ ਪੈਸੇ ਕੱਢਦੇ ਹੋਏ ਬੰਦਾ ਦੀਆਂ ਵੀਡੀਓ ਦਿਸ ਜਾਣਗੀਆਂ। YouTube ਤੇ ਪਾ ਕੇ ਦੇਖ ਲਿਓ ਗੋਲਕ ਚੋਰ। ਪੈਸੇ ਗਿਣਦੇ ਹੋਏ ਲੋਕ ਚੋਰੀ ਕਰਦੇ ਹੋਏ ਦਿਸ ਜਾਣਗੇ। ਆਮ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਉਦੋਂ ਸ਼੍ਰੋਮਣੀ ਕਮੇਟੀ ਦੇ ਵੀ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਇੱਕ ਪਾਰਟੀ ਦੂਜੀ ਦੇ ਉੱਤੇ ਇਲਜ਼ਾਮ ਲਾਉਂਦੀ ਹੈ ਨਾ, ਇਹ ਗੋਲਕ ਚੋਰ ਨੇ ਪੈਸਾ ਗੁਰੂ ਘਰਾਂ ਦਾ ਖਾ ਗਏ, ਦੂਜੇ ਉਹ ਕਹਿੰਦੇ ਨੇ ਤੁਸੀਂ ਖਾ ਗਏ। ਇਹਦਾ ਮਤਲਬ ਪ੍ਰੋਬਲਮ ਹੈ ਨਾ ਧਾਰਮਿਕ ਦੁਨੀਆ ਵਿੱਚ। ਇਟ ਮੀਨਸ ਕਿ ਜੋ ਧਰਮ ਅਸਥਾਨ ਨੇ ਉੱਥੇ ਵੀ ਚੋਰੀ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਵੀ ਖਾਤਿਆਂ ਦੇ ਅੰਦਰ ਘਪਲਾ ਵੇਖਿਆ ਜਾ ਸਕਦਾ ਹੈ, ਕਿਉਂਕਿ ਸਾਰੇ ਲੋਕ ਇਮਾਨਦਾਰ ਨਹੀਂ ਨਾ ਹੁੰਦੇ। ਬਹੁ ਗਿਣਤੀ ਦੀ ਗੱਲ ਹੈ, ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਬਹੁ ਗਿਣਤੀ ਦੀ ਗੱਲ ਹੈ। ਲੱਖ ਚੋਰੀਆਂ, ਲੱਖਾਂ ਚੋਰੀਆਂ ਹੋ ਰਹੀਆਂ ਨੇ। ਲੱਖ ਜਾਰੀਆਂ, ਜਾਰੀਆਂ ਦਾ ਮਤਲਬ ਹੁੰਦਾ ਹੈ ਕਰੈਕਟਰਲੈਸ ਹੋਣਾ, ਆਚਰਨਹੀਨ ਹੋਣਾ। ਧਾਰਮਿਕ ਪਹਿਨਾਵੇ ਪਹਿਨਣ ਵਾਲੇ ਲੋਕ ਧਰਮ ਦੀ ਦੁਨੀਆ ਦੇ ਵਿੱਚ ਬੜੀਆਂ ਵੱਡੀਆਂ ਹਸਤੀਆਂ ਕਹਿਵਾਨ ਵਾਲੇ ਲੋਕ, ਉਹਨਾਂ ਦੇ ਪਰ ਇਸਤਰੀਆਂ ਦੇ ਨਾਲ ਸੰਬੰਧ ਅਖਬਾਰਾਂ ਦੇ ਵਿੱਚ ਛਪ ਜਾਂਦੇ ਨੇ। ਆ ਦੇਖ ਲਓ ਜੇਲ੍ਹ ਦੇ ਵਿੱਚ ਬੈਠੇ ਨੇ। ਪਿੱਛੇ ਇੱਕ ਗੱਲ ਵੀ ਹੋਈ ਸੀ, ਕਹਿਣ ਲੱਗੇ ਉਸ ਦੇਸ਼ ਨੂੰ ਕੋਈ ਵਿਸ਼ਵ ਗੁਰੂ ਹੋਣ ਤੋਂ ਨਹੀਂ ਰੋਕ ਸਕਦਾ ਜਿਸ ਦੀਆਂ ਜੇਲ੍ਹਾਂ ਦੇ ਵਿੱਚ ਵੀ ਸੰਤ ਮਹਾਂਪੁਰਸ਼ ਨੇ, ਤੇ ਉਹ ਵੀ ਔਰਤਾਂ ਦੇ ਨਾਲ ਨਜਾਇਜ਼ ਸੰਬੰਧ ਵਿੱਚ। ਲੱਖ ਚੋਰੀਆਂ, ਲੱਖ ਜਾਰੀਆਂ। ਹੁਣ ਦੇਖੋ 85% ਜਾਂ 80% ਲੋਕ ਧਾਰਮਿਕ ਨੇ, ਤੇ ਸਾਡੇ ਦੇਸ਼ ਵਿੱਚ ਅਖਬਾਰਾਂ ਜਦੋਂ ਪੜ੍ਹਦੇ ਹਾਂ ਸ਼ਰਮ ਦੇ ਨਾਲ ਬੰਦਾ ਪਾਣੀ ਹੋ ਜਾਂਦਾ ਹੈ ਕਿ 2 ਜਾਂ 2.5 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ, ਜਿਸ ਨੂੰ ਆਪਣੀ ਜ਼ਿੰਦਗੀ ਦਾ ਵੀ ਨਹੀਂ ਪਤਾ, ਜਿਹਨੂੰ ਇਹ ਵੀ ਨਹੀਂ ਪਤਾ ਕਿ ਬੰਦਾ ਕੌਣ ਹੁੰਦਾ ਹੈ ਤੇ ਔਰਤ ਕੌਣ ਹੁੰਦੀ, ਔਰ ਕਿਸ ਕਦਰ ਨੌਜਵਾਨ ਬੱਚੀਆਂ ਦੇ ਨਾਲ ਜ਼ਬਰ ਜਨਾਹ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਕਿੰਨੀ ਬੇਦਰਦ ਮੌਤ ਦਿੱਤੀ ਜਾਂਦੀ ਹੈ। ਨਿਰਭਇਆ ਕਾਂਡ ਤੇ ਹੋਰ ਕਈ ਕੁਛ ਹੋਇਆ ਹੈ ਨਾ, ਲੇਕਿਨ ਉਹ ਲੋਕ ਧਰਮ ਵਿੱਚ ਵਿਸ਼ਵਾਸ ਰੱਖਦੇ ਨੇ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ। ਕੂੜੀਆਂ ਦਾ ਮਤਲਬ ਝੂਠ। ਲੱਖਾਂ ਲੋਕ ਝੂਠ ਬੋਲਦੇ ਨੇ, ਲੱਖਾਂ ਝੂਠ ਬੋਲ ਰਹੇ ਨੇ। ਲੱਖ ਗਾਲ, ਗਾਲ ਦਾ ਮਤਲਬ ਗਾਲਾਂ, ਲੱਖਾਂ ਗਾਲਾਂ ਕੱਢ ਰਹੇ ਨੇ। ਆ ਵੇਖੋ ਜਦੋਂ ਕਿਤੇ ਲੜਾਈ ਹੁੰਦੀ ਹੈ ਆਪਣਿਆਂ ਬੰਦਿਆਂ ਦੀ, ਕਿੰਨੀ ਵੱਡੀ ਤੋਂ ਵੱਡੀ ਗਾਲ ਵਾਈ ਜਾਂਦੀ ਹੈ, ਲੇਕਿਨ ਧਾਰਮਿਕ ਅਖਬਾਰੇ ਨੇ। ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਹੇ ਬ੍ਰਾਹਮਣ ਦੇਵਤਾ, ਬੰਦੇ ਨੇ ਧਾਰਮਿਕ ਚਿੰਨ੍ਹ ਵੀ ਧਾਰਨ ਕੀਤੇ ਹੋਏ ਨੇ, ਜਨੇਊ ਆਦਿਕ ਪਾਇਆ ਹੋਇਆ ਹੈ, ਫਿਰ ਵੀ ਬੰਦਾ ਲੱਖਾਂ ਚੋਰੀਆਂ ਕਰ ਰਿਹਾ ਹੈ, ਕਰੈਕਟਰ ਤੋਂ ਗਿਰਿਆ ਹੋਇਆ ਹੈ, ਲੱਖਾਂ ਝੂਠ ਬੋਲਦਾ ਹੈ, ਲੱਖਾਂ ਗਾਲਾਂ ਕੱਢਦਾ ਹੈ, ਮੰਦਾ ਬੋਲਦਾ ਜ਼ਬਾਨ ਤੋਂ। ਲੱਖ ਠੱਗੀਆਂ, ਲੱਖਾਂ ਠੱਗੀਆਂ ਮਾਰਦਾ, ਲੱਖਾਂ। ਔਰ ਹਕੀਕਤ ਹੈ, ਜਦੋਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਇਸ ਚੀਜ਼ ਦੀ ਮੇਰੇ ਖਿਆਲ ਚ ਵਿਆਖਿਆ ਬਹੁਤੀ ਕਰਨ ਦੀ ਜ਼ਰੂਰਤ ਨਹੀਂ ਹੈ। ਧਰਮ ਦੇ ਨਾਮ ਤੇ ਕਿੰਨੀਆਂ ਠੱਗੀਆਂ ਲੋਕ ਮਾਰਦੇ ਨੇ। ਕਈ ਵਾਰ ਐਸੇ ਲੋਕ ਫੜੇ ਜਾਂਦੇ ਨੇ ਜਿਹੜੇ ਧਰਮ ਦੇ ਨਾਮ ਦੇ ਉੱਤੇ ਰਸੀਦਾਂ ਲੈ ਕੇ ਫਿਰਦੇ ਨੇ, ਲੇਕਿਨ ਉਹ ਸਭ ਕੁਝ ਡੁਪਲੀਕੇਟ ਹੁੰਦਾ ਹੈ। ਡਬਲ ਰਸੀਦ ਬੁੱਕਾਂ ਛਪਾਈਆਂ ਹੁੰਦੀਆਂ ਨੇ, ਜਾਂ ਹੋਰ ਕਿਸੇ ਢੰਗ ਦੇ ਨਾਲ ਠੱਗੀਆਂ ਲੋਕ ਮਾਰਦੇ ਨੇ। ਇਹ ਉਹਨਾਂ ਦੀ ਗੱਲ ਹੈ ਜਿਹੜੇ ਬਹੁਤੇ ਲੋਕ ਧਾਰਮਿਕ ਵੀ ਅਖਵਾਰੇ ਨੇ, ਧਾਰਮਿਕ ਚਿੰਨ੍ਹ ਵੀ ਪਾਏ ਨੇ, ਠੱਗੀਆਂ ਮਾਰਦੇ ਨੇ ਪਏ,
ਲੱਖ ਠੱਗੀਆਂ, ਪਹਿਨਾਮੀਆਂ। ਪਹਿਨਾਮੀਆਂ ਦਾ ਮਤਲਬ ਹੁੰਦਾ ਹੈ ਅਮਾਨਤ ਵਿੱਚ ਖਿਆਨਤ ਕਰਨੀ। ਕੋਈ ਬੰਦਾ ਦੇ ਗਿਆ ਕੋਈ ਸ਼ੈ ਕਿ ਮੇਰੀ ਆ ਸ਼ੈ ਹੈ ਰੱਖ ਲੈ, ਤੇ ਉਹਨੂੰ ਫਿਰ ਬੰਦੇ ਨੂੰ ਵਾਪਸ ਹੀ ਨਾ ਦੇਣੀ ਜਾਂ ਉਸ ਦੇ ਵਿੱਚੋਂ ਕੁਝ ਖਾ ਜਾਣਾ, ਜਾਂ ਅਮਾਨਤ ਵਿੱਚ ਖਿਆਨਤ ਕਰਨੀ। ਲੋਕ ਕਰ ਰਹੇ ਨੇ, ਹੋ ਰਿਹਾ ਹੈ। ਕਿੰਨੇ ਐਸੇ ਵੀਰ ਭਰਾ ਨੇ ਜਿਹੜੇ ਧਰਮੀ ਨੇ ਲੇਕਿਨ ਆਪਣੇ ਹੀ ਭਰਾਵਾਂ ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰ ਗਏ ਨੇ। ਤੇ ਤੁਸੀਂ ਜਿਹੜੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ, ਉਹ ਤੁਹਾਡੇ ਨਾਲ ਤੇ ਆਮ ਵਰਤਦਾ ਨਾ, ਵਰਤਾਰਾ ਐਸਾ ਆਮ ਹੁੰਦਾ ਹੈ। ਬਹੁਤੀ ਥਾਈਂ, ਸਾਰਿਆਂ ਨਾਲ ਨਹੀਂ, ਸਾਰੇ ਭਰਾ ਐਸੇ ਨਹੀਂ ਹੁੰਦੇ, ਬਹੁਤੀ ਥਾਈਂ ਹੁੰਦਾ ਹੈ। ਛੋਟੀ ਛੋਟੀ ਪ੍ਰੋਪਰਟੀ ਤੋਂ ਲੋਕ ਲੜ ਪੈਂਦੇ ਨੇ, ਥੋੜੀ ਥੋੜੀ ਵੱਟ ਵੱਢਣ ਤੋਂ ਲੋਕ ਲੜ ਪੈਂਦੇ ਨੇ, ਕਤਲ ਹੋ ਜਾਂਦੇ ਨੇ। ਇਸੇ ਨੂੰ ਕਹਿੰਦੇ ਨੇ ਜਿਹੜੀ ਹੈ ਅਮਾਨਤ ਵਿੱਚ ਖਿਆਨਤ। ਰਾਤ ਦਿਨਸ ਜੀ ਨਾਲ, ਦਿਨ ਰਾਤ ਜਿੰਦ ਦੇ ਨਾਲ ਇਹ ਬੁਰਾਈਆਂ ਨੇ। ਤੇ ਧਾਰਮਿਕ ਚਿੰਨ੍ਹ ਵੀ ਧਾਰਨ ਕੀਤੇ, ਦਿਨ ਰਾਤ ਇਹ ਬੁਰਾਈਆਂ ਨੇ। ਅਗਲਾ ਬਚਨ ਕਰਦੇ ਨੇ, ਕੋਹ ਬੱਕਰਾ ਰਿਨ ਖਾਇਆ, ਐ ਤੱਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ। ਵੀ ਇਹ ਦੇਖੋ, ਠੱਗੀਆਂ ਵੀ ਨੇ, ਚੋਰੀਆਂ ਵੀ ਨੇ, ਯਾਰੀਆਂ ਵੀ ਨੇ, ਕੂੜ ਵੀ ਹੈ, ਗਾਲਾਂ ਵੀ ਨੇ, ਪਹਿਨਾਮੀਆਂ ਵੀ ਨੇ। ਰਾਤ ਦਿਨ ਇਹ ਸਾਰੇ ਕਰਮ ਕਰ ਰਹੇ ਨੇ। ਤੇ ਫਿਰ ਬੰਦਾ ਕਰਦਾ ਕੀ ਹੈ? ਤੱਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ। ਕਪਾਹ ਤੋਂ ਧਾਗਾ ਕੱਤਿਆ ਜਾਂਦਾ ਹੈ, ਬ੍ਰਾਹਮਣ ਆਣ ਕੇ ਧਾਗਾ ਵੱਟਦਾ ਹੈ, ਔਰ ਫਿਰ ਕੀ ਕਰਦਾ ਹੈ? ਕੋਹ ਬੱਕਰਾ ਰਿਨ ਖਾਇਆ। ਕੋਹ ਦਾ ਮਤਲਬ ਕੋਹ ਕੇ, ਵੱਢ ਕੇ। ਬੱਕਰਾ ਰਿੰਨਦੇ ਨੇ ਔਰ ਸਾਰਿਆਂ ਨੂੰ ਬੱਕਰੇ ਦਾ ਮੀਟ ਵਰਤਾ ਦਿੱਤਾ ਜਾਂਦਾ ਹੈ। ਸਭ ਕੋ ਆਖੇ ਪਾਏ, ਤੇ ਫਿਰ ਸਾਰੇ ਕਹਿੰਦੇ ਨੇ ਲੈ ਵੀ ਜਨੇਊ ਪੈ ਗਿਆ ਬਈ, ਧੰਨ ਧੰਨ ਹੋ ਗਈ, ਜਨੇਊ ਪੈ ਗਿਆ। ਬੰਦਾ ਧਾਰਮਿਕ ਹੋ ਗਿਆ, ਕਿਉਂਕਿ ਉਦੋਂ ਲੋਕ ਬੱਕਰੀ ਵੱਢ ਕੇ ਖਾਂਦੇ ਨੇ। ਤਾਂ ਹੀ ਇਹ ਅੰਕਤ ਹੈ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਮਝਾਉਂਦੇ ਨੇ ਵੀ ਬ੍ਰਾਹਮਣ ਨੇ ਸੂਤਰ ਕੱਢਿਆ ਧਾਗੇ ਦੇ ਚੋਂ, ਕਪਾਹ ਚੋਂ। ਬ੍ਰਾਹਮਣ ਨੇ ਵੱਟਿਆ, ਬੱਕਰਾ ਵੱਢਿਆ, ਬੱਕਰਾ ਖਾਧਾ, ਔਰ ਸਾਰਿਆਂ ਨੇ ਕਿਹਾ ਵੀ ਜਨੇਊ ਪੈ ਗਿਆ, ਵੀ ਪਾ ਦਿੱਤਾ ਜਨੇਊ। ਫਲਾਣੇ ਦੇ ਘਰ ਗਏ ਸਾਂ, ਵੀ ਕਿਆ ਬਾਤ, ਮੀਟ ਬੜਾ ਸਵਾਦ ਬਣਿਆ ਸੀ, ਪਨੀਰ ਬੜਾ ਸਵਾਦ ਸੀ, ਪੂੜੀਆਂ ਬੜੀਆਂ ਸਨ, ਛੋਲੇ ਪੂੜੀਆਂ ਤਾਂ ਕਿਆ ਬਾਤਾਂ ਸਨ ਮਹਾਰਾਜ, ਦਹੀਂ ਪੱਲੇ, ਗੱਲ ਸੀ ਕੋਈ। ਜਨੇਊ ਪਿਆ ਹੈ, ਧੰਨ ਧੰਨ ਹੋ ਗਈ ਹੈ। ਲੇਕਿਨ ਸਿਰਫ ਧਾਰਮਿਕ ਚਿੰਨ੍ਹ ਧਾਰਨ ਕਰਾਇਆ ਹੈ। ਜਿਹੜਾ ਧਾਰਮਿਕ ਚਿੰਨ੍ਹ ਪਵਾਉਣ ਵਾਲਾ ਹੈ, ਉਹਦੀ ਜ਼ਿੰਦਗੀ ਵੀ ਨਹੀਂ ਠੀਕ। ਤੁਸੀਂ ਆ ਦੇਖ ਲਓ ਧਾਰਮਿਕ ਪੁਜਾਰੀਆਂ ਨੂੰ, ਕੀ ਕੁਛ ਹੁੰਦਾ ਹੈ, ਸਾਰਾ ਸਾਡੇ ਸਾਹਮਣੇ ਹੈ। ਉਦੋਂ ਵੀ ਸੀ, ਅੱਜ ਵੀ ਹੈ, ਅੱਜ ਸਗੋਂ ਹੋਰ ਜ਼ਿਆਦਾ ਹੋ ਗਿਆ। ਹੋਏ ਪੁਰਾਣਾ ਸੁੱਟੀਏ ਭੀ, ਫਿਰ ਪਾਈਏ ਹੋਰ। ਗੁਰਦੇਵ ਕਹਿੰਦੇ ਨੇ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ, ਫਿਰ ਹੋਰ ਪਾ ਲਿਆ ਜਾਂਦਾ ਹੈ। ਨਾਨਕ ਤੱਗ ਨਾ ਟੁੱਟੇ, ਜੇ ਤੱਗ ਹੋਵੇ ਜੋਰ। ਗੁਰੂ ਜੀ ਕਹਿੰਦੇ ਨੇ ਜੇ ਧਾਗੇ ਵਿੱਚ, ਜਨੇਊ ਵਿੱਚ ਜ਼ੋਰ ਹੋਵੇ ਤੇ ਉਹ ਟੁੱਟਣਾ ਨਹੀਂ ਚਾਹੀਦਾ। ਯਾਨੀ ਜਿਹੜੇ ਗੁਣ ਨੇ ਨਾ ਤੁਹਾਡੇ ਅੰਦਰ, ਜੇ ਉਹ ਅੰਦਰ ਵਸ ਜਾਣ, ਫਿਰ ਉਹ ਟੁੱਟਣਗੇ ਨਹੀਂ। ਹਕੀਕਤ, ਜਿਨ੍ਹਾਂ ਨੇ ਉਹ ਗੁਣਾਂ ਦਾ ਜਨੇਊ ਧਾਰਨ ਕੀਤਾ, ਉਹਨੂੰ ਤੋੜਨ ਦਾ ਯਤਨ ਕੀਤਾ, ਪਰ ਟੁੱਟਿਆ ਨਹੀਂ। ਭਾਈ ਮਤੀ ਦਾਸ ਦਾ ਅੰਦਰਲਾ ਜੋ ਸ਼ੁਭ ਗੁਣ ਨੇ, ਉੱਚਾ ਆਚਰਨ ਹੈ, ਇਨਸਾਨੀਅਤ ਨਾਲ ਪਿਆਰ ਹੈ, ਸੱਚਾਈ ਦੇ ਨਾਲ ਪਿਆਰ ਹੈ, ਗੁਰੂ ਦੇ ਸਿਧਾਂਤਾਂ ਨਾਲ ਪਿਆਰ ਹੈ, ਜਿਸ ਦੇ ਅੰਦਰ ਉਹ ਸੱਚਾਈ ਪ੍ਰਵੇਸ਼ ਕਰ ਗਈ ਹੈ। ਉਹਨੂੰ ਆਰੇ ਦੇ ਨਾਲ ਤੇ ਚੀਰ ਦਿੱਤਾ ਗਿਆ, ਲੇਕਿਨ ਉਹਨੂੰ ਕੋਈ ਸੱਚ ਦੇ ਨਾਲ ਤੋੜ ਨਹੀਂ ਸਕਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਨੋਚ ਲਿਆ ਗਿਆ ਹੈ। ਇੱਕ ਹੱਥ ਵੱਢ ਦਿੱਤਾ ਹੈ, ਪੈਰ ਵੱਢ ਦਿੱਤਾ ਹੈ, ਅੱਖ ਕੱਢ ਦਿੱਤੀ ਹੈ, ਬੱਚੇ ਦਾ ਕਲੇਜਾ ਕੱਢ ਕੇ ਮੂੰਹ ਚ ਪਾ ਦਿੱਤਾ ਹੈ, ਲੇਕਿਨ ਉਹਨੂੰ ਸੱਚ ਦੇ ਨਾਲੋਂ ਕੋਈ ਮਾਈ ਕਾ ਲਾਲ ਦੂਰ ਨਹੀਂ ਕਰ ਪਾਇਆ। ਉਹ ਤੱਗ ਟੁੱਟਦਾ ਨਹੀਂ। ਉੱਚਾ ਆਚਰਨ ਘੜਿਆ ਹੋਏ, ਉਹ ਆਚਰਨ ਟੁੱਟਦਾ ਨਹੀਂ, ਉਹ ਆਚਰਨ ਤੋਂ ਬੰਦਾ ਡਿੱਗਦਾ ਨਹੀਂ। ਐਸੇ ਲੋਕ ਇਸ ਸੰਸਾਰ ਦਾ ਭਲਾ ਕਰ ਸਕਦੇ ਨੇ। ਜੋ ਵਿਖਾਵੇ ਦਾ ਧਰਮ ਹੈ, ਉਹ ਬੰਦੇ ਦਾ ਕੁਝ ਵੀ ਸਵਾਰੇਗਾ ਨਹੀਂ। ਹੁਣ ਅਗਲਾ ਬਚਨ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਅਸਲ ਦੇ ਅੰਦਰ ਜਿਹੜੇ ਸ਼ੁਭ ਗੁਣ ਨੇ, ਰੱਬੀ ਰਜ਼ਾ ਦੇ ਵਿੱਚ ਜੋ ਤੁਰਨਾ ਹੈ, ਹਰ ਇਨਸਾਨ ਦੇ ਵਿੱਚ ਰੱਬ ਨੂੰ ਵੇਖ ਕੇ ਹਰ ਇੱਕ ਦੇ ਨਾਲ ਪਿਆਰ ਔਰ ਵਿਹਾਰ ਕਰਨਾ ਹੈ,
रब्बी रजा जो लॉ ऑफ नेचर है ਉਹਦੇ ਮੁਤਾਬਕ ਜ਼ਿੰਦਗੀ ਜੀਣੀ ਹੈ। दया संतोख प्यार निरभैता निर्वैरता इन्हां गुणां दे धारनी होना है। जदों इन्हां गुणां दे धारनी होवांगे ना तां फिर की होएगा, सानू इज्जत मिलेगी। गुरु जी कहंदे ने नाए मन्ने पत उपजै साला ही सच सूट। सूट दा मतलब सदा कायम रहने वाला जनेऊ। नाए मन्ने पत उपजै, जे नाम दा मनन किया जाए, नाम दा मतलब रब दे जो गुण ने, जे मन बचन और कर्म करके सच्चाई नू मन लिया जाए, जे मन बचन कर्म करके निरभैता दा गुण धारण कर लिया जाए, मन बचन कर्म करके निर्वैरता दा गुण धारण कर लिया जाए, जे बंदा प्रेम नू अपने जीवन दा अंग बना लवे, दया नू अंग बना लवे, संतोख नू अंग बना ले, ਇਹਦੇ अंदर इंसानियत पैदा हो जाए, तो नाए मन्ने पत उपजे तां इज्जत मिलती है। निरा धार्मिक चिन्ह पहनन दे नाल रब्बी दरगाह विच इज्जत नहीं मिलेगी। निरा धार्मिक चिन्ह धारण करन दे नाल संसार विच इज्जत नहीं मिलेगी। नाए मन्ने पत उपजे, जे इन्हां गुणां नू मन्निया जाए, इंप्लीमेंट किया जाए, तां पत उपजे, जिंदगी दे अंदर इज्जत मिलेगी, शांति मिलेगी, संतोख मिलेगा, खुशी मिलेगी, दुनिया चो प्यार मिलेगा, मान मिलेगा, आत्मक आनंद पैदा होएगा, खेड़ा पैदा होएगा, अंदर बसंत बाहर पैदा हो जाएगी, रोम रोम खिड़ उठेगा, छाती शीतल हो जाएगी, तन मन ठंडा हो जाएगा, सीने अंदर शांति वरत जाएगी, अंदरले बुद्ध बल दे विकारां दे औगणां दा भांबड़ खत्म हो जाएगा। नाए मन्ने पत उपजे साला ही सच सूट। साला ही दा मतलब सिफत सलाह, पॉजिटिव थिंकिंग, सकारात्मक सोच, ये सच्चा सूट है, ये सच्चा जनेऊ है जिहड़ा हर एक नूं पाना चाहिए। मैनूं भी पाना चाहिए, तुहानूं भी पाना चाहिए। साला ही सिफत सलाह, सच सूट। सच सूट का मतलब सच्चा जनेऊ जो कदे खत्म नहीं हुंदा। हुण देखो कितनी सिंपल गल है, सकारात्मक सोच, पॉजिटिव थिंकिंग जे पैदा हो जाए और इन्हां गुणां दा बंदा धारनी हो जाए तो जिंदगी के अंदर कोई दुख है ही नहीं। ते जे धार्मिक चिन्ह धारण कीते ने, चाहे वो हिंदू इजम दे ने, सिख इजम दे ने, मुसलमान इजम दे ने, जां किसी भी इजम दे ने, ते जे बंदे दे अंदर गुण नहीं हन, दया नहीं, प्रेम नहीं, संतोख नहीं, सच्चाई नहीं, उच्चा आचरण नहीं, सकारात्मक सोच नहीं, तो फिर वो तो बनावट रह जाएगी ना, विखावा रह जाएगा। इसलिए साला ही सच सूत सच्चा सूत्र है, सच्चा धागा है, सच्चा जनेऊ है, सिफत सलाह। मैं पहला भी एक दिन बेनती की सी ना कि असीं अपनी जिंदगी के अंदर एक ट्राई करिए गुणां नूं वेखण। देखो एडा वड्डा संसार जिथे करोड़ां लोग ने, ते सारे लोग ते बुरे नहीं। हर इंसान दे अंदर कोई ना कोई क्वालिटी है, कोई ना कोई गुण है, हर एक दे अंदर है। ए दुनिया विच कोई निकम्मी चीज नहीं हुंदी। जिहड़ी खराब घड़ी है ना, जिहदा सैल मुक्या होया है, वो भी 24 घंटियां दे विच 2 वारी सही टाइम दिंदी है। 24 घंटियां विच 2 वारी वो भी सही टाइम दिंदी। इस दुनिया के अंदर हर एक दे अंदर कोई ना कोई गुण जरूर है, वखरा गुण हर एक दे अंदर है। ते तुसी 3 बंदियां दी रोज किसी गुण की सिफत करो कि मेरी छोटी भैन विच यह गुण है, मेरी मासी का मुंडा है, उहदे विच यह गुण है, मेरा फलां मेरा मित्र है, वो कंप्यूटर का बड़ा मास्टर है। अगले दिन फिर तुसी 3 वखरे बंदियां दा सिफत करो कि मेरा एक क्लास फैलो हुंदा सी, उहदी हैंडराइटिंग बहुत वधिया हुंदी सी। साडे नाल एक पीटी मास्टर हुंदा सी, क्या बात, बड़ी वधिया ट्रेनिंग दिंदा सी। अगले दिन होर 3 दे यानी गुण वेखो, सिर्फ गुण। अज मैं गुरुद्वारा साहब गया सां तां उत्थे बहुत वधिया प्रबंध सी। ये ना वेखो भी लूण सब्जी च घट सी, जिहड़ी चंगी चीज है वो वेखो। 2-3 महीने एवें करके वेखो, 2-3 महीने बाद जिंदगी बदल जाएगी।
ਜੀਵਨ ਬਦਲ ਜਾਏਗਾ। ਹਰ ਥਾਂ ਤੇ ਸ਼ੁਭ ਗੁਣ ਦਿਸਣਗੇ। ਅਸੀਂ ਕਈ ਵਾਰ ਹਰ ਚੀਜ਼ ਨੂੰ ਨੈਗੇਟਿਵ ਦੇਖਦੇ ਹਾਂ। ਹਰ ਚੀਜ਼ ਨੂੰ ਨੈਗੇਟਿਵ ਨਾ ਦੇਖੋ, ਪੋਜ਼ਿਟਿਵ ਦੇਖੋ। ਔਰ ਪੋਜ਼ਿਟਿਵਿਟੀ ਕਿਹਨੂੰ ਕਹਿੰਦੇ ਨੇ? ਮਾੜੀ ਤੋਂ ਮਾੜੀ ਦਸ਼ਾ ਦੇ ਵਿੱਚ, ਮਾੜੀ ਤੋਂ ਮਾੜੀ ਸਿਚੁਏਸ਼ਨ ਵਿੱਚ ਅਸੀਂ ਚੰਗੇ ਤੋਂ ਚੰਗਾ ਕੀ ਸੋਚ ਸਕਦੇ ਹਾਂ, ਕੀ ਕਰ ਸਕਦੇ ਹਾਂ, ਇਹਨੂੰ ਪੋਜ਼ਿਟਿਵ ਥਿੰਕਿੰਗ ਕਹਿੰਦੇ ਨੇ। ਤੇ ਇਹ ਹੈ ਸਾਲਾਹੀ ਸੱਚ ਸੂਤ। ਜੋ ਸਿਫਤ ਸਲਾਹ ਪੋਜ਼ਿਟਿਵ ਥਿੰਕਿੰਗ ਹੈ, ਇਹ ਸੱਚਾ ਜਨੇਊ ਹੈ। ਦਰਗਾਹ ਅੰਦਰ ਪਾਈ ਹੈ। ਤੇ ਜੇ ਇਹ ਗੁਣਾਂ ਦਾ ਜਨੇਊ ਪਾਇਆ ਹੋਵੇ ਨਾ, ਚਾਹੇ ਇਸਤਰੀ ਨੇ, ਪੁਰਸ਼ ਨੇ, ਕਿਸੇ ਨੇ ਵੀ, ਉਹਨੂੰ ਦਰਗਾਹ ਦੇ ਅੰਦਰ ਥਾਂ ਮਿਲਦੀ ਹੈ। ਉਹ ਰੱਬੀ ਚਰਨਾਂ ਵਿੱਚ ਟਿਕ ਜਾਂਦਾ ਹੈ। ਉਹ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਤਗ ਨਾ ਤੂਤਸ ਪੂਤ, ਇੱਥੇ ਪੂਤ ਦਾ ਮਤਲਬ ਹੈ ਪਵਿੱਤਰ। ਇਹ ਪਵਿੱਤਰ ਤਗ, ਇਹ ਪਵਿੱਤਰ ਜਨੇਊ ਫਿਰ ਕਦੇ ਨਹੀਂ ਟੁੱਟਦਾ, ਇਹ ਹਰ ਥਾਂ ਨਾਲ ਨਿਭਦਾ। ਰੱਬੀ ਦਰਗਾਹ ਵਿੱਚ ਮਾਨ ਮਿਲਦਾ ਹੈ। ਜਿਹ ਜਾਈਏ ਤਹਾਂ ਸੁਹੇਲੇ, ਊਠਤ ਸੁਖੀਆ ਬੈਠਤ ਸੁਖੀਆ। ਗੁਰੂ ਜੀ ਕਹਿੰਦੇ ਨੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਘਰ ਵੀ ਸੁਖੀ, ਬਾਹਰ ਵੀ ਸੁਖੀ, ਮਾਨਸਿਕ ਤੌਰ ਤੇ ਵੀ ਸ਼ਾਂਤ, ਔਰ ਆਤਮਿਕ ਤੌਰ ਤੇ ਸ਼ਾਂਤ, ਬੌਧਿਕ ਤੌਰ ਤੇ ਸ਼ਾਂਤ, ਸਰੀਰਕ ਤੌਰ ਤੇ ਖੁਸ਼ੀ। ਜੇ ਸ਼ੁਭ ਗੁਣਾਂ ਨੂੰ ਮਨ, ਬਚਨ ਔਰ ਕਰਮ ਕਰਕੇ ਅਪਣਾ ਲਿਆ ਜਾਏ। ਫਿਰ ਜੇ ਕੋਈ ਜਨੇਊ ਪਾਉਂਦਾ ਤੇ ਪਾ ਲਓ, ਨਹੀਂ ਪਾਉਂਦਾ ਤੇ ਨਾ ਪਾ। ਗੱਲ ਤਾਂ ਹੈ ਸ਼ੁਭ ਗੁਣਾਂ ਦੀ। ਇਹ ਹੈ ਸੱਚਾ ਜਨੇਊ। ਹੁਣ ਅਗਲੀ ਗੱਲ ਕਰਦੇ ਨੇ ਕਿ ਦੇਖੋ ਜਨੇਊ ਤੇ ਪਾਇਆ ਹੋਇਆ, ਧਾਰਮਿਕ ਚਿੰਨ੍ਹ ਤੇ ਧਾਰਨ ਕੀਤੇ ਹੋਏ ਨੇ, ਲੇਕਿਨ ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਵਿੱਚ ਦਾੜੀ। ਗਲੇ ਵਿੱਚ ਜਨੇਊ ਪਾਇਆ, ਗਲੇ ਦੇ ਅੰਦਰ ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ, ਸਰੀਰ ਤੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਲੇਕਿਨ ਤਗ ਨਾ ਇੰਦਰੀ। ਇੰਦਰੀ ਦਾ ਮਤਲਬ ਸਾਡੀਆਂ ਗਿਆਨ ਇੰਦਰੀਆਂ। ਇਹਨਾਂ ਨੂੰ ਕੋਈ ਤਗ ਨਹੀਂ ਪਾਈ, ਇਹਨਾਂ ਨੂੰ ਕੋਈ ਰੱਸੀ ਨਹੀਂ, ਇਹਨਾਂ ਨੂੰ ਕੋਈ ਜਨੇਊ ਨਹੀਂ। ਜਦੋਂ ਕੋਈ ਔਰਤ ਆਉਂਦੀ ਹੈ ਤੇ ਸਾਡੀਆਂ ਨਜ਼ਰਾਂ ਮੈਲੀਆਂ ਹੋ ਜਾਂਦੀਆਂ ਨੇ। ਜਦੋਂ ਅਸੀਂ ਜ਼ਬਾਨ ਦੇ ਨਾਲ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਸਾਡੀ ਨੂੰਹ ਮਾੜੀ ਪਾਸੇ ਹੋਵੇ ਤੇ ਨਾਲ ਦੇ ਨਾਲ ਅਸੀਂ ਚੁਗਲੀਆਂ ਸ਼ੁਰੂ ਕਰ ਦਿੰਦੇ ਹਾਂ। ਸੱਸ ਮਾੜੀ ਜੀ ਪਾਸੇ ਹੋਵੇ ਤੇ ਨੂੰਹ ਨਾਲ ਦੇ ਨਾਲ ਮਿੱਟੀ ਕੁੱਟਣੀ ਸ਼ੁਰੂ ਕਰ ਦਿੰਦੀ ਹੈ। ਭਰਾ ਸਾਡਾ ਪਾਸੇ ਜਾਏ, ਨਾਲ ਦੇ ਨਾਲ ਭਰਾ ਦੇ ਖਿਲਾਫ, ਤੇ ਪਤਨੀ ਪਾਸੇ ਜਾਏ ਪਤਨੀ ਦੇ। ਕਹਿਣ ਤੋਂ ਭਾਵ ਕਿ ਸਾਡੀ ਕੰਡੀਸ਼ਨ ਹੈ। ਜ਼ਬਾਨ ਨੂੰ ਕੰਟਰੋਲ ਕੋਈ ਨਹੀਂ। ਜਨੇਊ ਪਾਇਆ ਪਰ ਕੰਨਾਂ ਨੂੰ ਜਨੇਊ ਨਹੀਂ ਪਾਇਆ। ਨਿੰਦਿਆ ਅਸੀਂ ਬੜੀ ਸੁਣਦੇ ਹਾਂ। ਜੇ ਸਾਡੇ ਰਿਸ਼ਤੇਦਾਰ ਦੇ ਖਿਲਾਫ ਕੋਈ ਬੋਲੇ ਨਾ, ਬੜੀ ਚਾਅ ਚੜਦਾ, ਕੱਛਾਂ ਚੋਂ ਹਾਸਾ ਵਗਦਾ ਸਾਡਾ। ਤੇ ਜੇ ਉੱਠ ਕੇ ਜਾਣ ਲੱਗੇ ਸੀ ਬਾਹੋਂ ਫੜ ਕੇ, ਫਿਰ ਬਾਨਿਆ ਉਹ ਬਹਿ ਜਾ ਯਾਰ, ਚਾਹ ਪੀ ਕੇ ਤੁਰਦੀ, ਬਣਾ ਨਹੀਂ ਆ ਬਿੰਦੋ ਕੁੜੀਏ ਚਾਚੇ ਵਾਸਤੇ ਚਾਹ, ਲਿਆ ਬਿਸਕੁਟ ਨਾਲੇ। ਅਸੀਂ ਉਹਨੂੰ ਚਾਹ ਤੇ ਬਿਸਕੁਟ ਖਵਾ ਕੇ ਤੇ ਰਿਸ਼ਤੇਦਾਰਾਂ ਦੀ ਮਿੱਟੀ ਹੋਰ ਕਟਵਾਉਣਾ ਚਾਹੁੰਦੇ ਹਾਂ। ਕੰਨਾਂ ਨੂੰ ਕੋਈ ਤੱਗ ਨਹੀਂ, ਅਸੀਂ ਝੂਠੇ ਸੁਣਦੇ ਹਾਂ ਬੋਲ, ਨੈਗੇਟਿਵ ਬੋਲ ਸੁਣਦੇ ਹਾਂ। ਹੱਥਾਂ ਨੂੰ ਕੋਈ ਤੱਗ ਨਹੀਂ, ਸ਼ਰਾਬ ਪੀ ਰਹੇ ਹਾਂ, ਨਸ਼ੇ ਕਰ ਰਹੇ ਹਾਂ, ਬੇਗਾਨੇ ਹੱਕ ਖਾ ਰਹੇ ਹਾਂ। ਪੈਰਾਂ ਨੂੰ ਕੋਈ ਜਨੇਊ ਨਹੀਂ। ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਭਲਕੇ ਦਾ ਮਤਲਬ ਹਰ ਰੋਜ਼, ਹਰ ਦਿਨ ਦਾੜੀ 'ਚ ਥੁੱਕ ਪੈਂਦਾ ਹੈ। ਹੁਣ ਦਾੜੀ 'ਚ ਥੁੱਕ ਪੈਂਦਾ, ਇਹ ਨਹੀਂ ਕਿ ਉਹ ਦਾੜੀ ਥੁੱਕ ਜਿਹੜਾ ਪਈ ਜਾਂਦਾ। ਇੱਥੇ ਦਾੜੀ 'ਚ ਥੁੱਕ ਪੈਣ ਦਾ ਮਤਲਬ ਬੇਇੱਜ਼ਤੀ ਹੋਣੀ, ਨਮੋਸ਼ੀ ਹੋਣੀ। ਲੋਕ ਫਿਰ ਹੱਸਦੇ ਨੇ ਨਾ ਜਦੋਂ ਕੋਈ ਧਾਰਮਿਕ ਬੰਦਾ ਮਾੜਾ ਕੰਮ ਕਰੇ। ਮੰਨ ਲਓ ਕਿਸੇ ਨੇ ਅੰਮ੍ਰਿਤ ਹੀ ਛਕਿਆ ਹੈ ਤੇ ਅੰਮ੍ਰਿਤ ਛਕ ਕੇ ਉਹ ਠੱਗੀਆਂ ਮਾਰੇ, ਤੇ ਫਿਰ ਲੋਕ ਕਹਿੰਦੇ ਨਾ, ਉਹ ਵੇਖ ਬਈ ਆਇਆ ਸੀ ਜਥੇਦਾਰ, ਆ ਵੇਖ ਲੈ ਜਥੇਦਾਰਾਂ ਦੀਆਂ ਕਰਤੂਤਾਂ। ਅਸੀਂ ਕਹਿੰਦੇ ਆ ਨਾ, ਜਨੇਊ ਵਾਲੇ ਦਾ ਵੀ ਹਾਲ ਹੋਵੇ ਤੁਹਾਨੂੰ ਵੀ ਕਵਾਂਗੇ। ਭਲਕੇ ਥੁੱਕ ਪਵੇ ਨਿਤ ਦਾੜੀ। ਐਸੇ ਜੋ ਧਾਰਮਿਕ ਚਿੰਨ੍ਹ ਧਾਰਨ ਕਰਨ ਵਾਲੇ ਮਾੜੇ ਕਰਮ ਕਰਦੇ ਨੇ, ਉਦੋਂ ਉਹਨਾਂ ਦੀ ਨਮੋਸ਼ੀ ਹੁੰਦੀ ਹੈ। ਕਿਉਂਕਿ ਅਸੀਂ, ਨਾਰੀ ਦਾ ਮਤਲਬ ਨਾੜੀਆਂ, ਇਹਨਾਂ ਗਿਆਨ ਇੰਦਰੀਆਂ ਨੂੰ ਔਰ ਕਰਮ ਇੰਦਰੀਆਂ ਨੂੰ ਕੋਈ ਜਨੇਊ ਨਹੀਂ ਪਾਇਆ। ਤੱਗ ਨਾ ਪੈਰੀ, ਤੱਗ ਨਾ ਹੱਥੀ। ਪੈਰਾਂ ਨੂੰ ਕੋਈ ਤੱਗ ਨਹੀਂ, ਕੋਈ ਬੰਧਨ ਨਹੀਂ। ਜਾ ਰਹੇ ਹਾਂ ਵਿਚਾਰ ਕਮਾਉਣ ਲਈ, ਜਾ ਰਹੇ ਹਾਂ ਜੂਆ ਖੇਲਣ ਲਈ, ਜਾ ਰਿਹਾ ਬੰਦਾ ਚੋਰੀਆਂ ਕਰਨ ਵਾਸਤੇ, ਜਾ ਰਿਹਾ ਹੈ ਕਿਸੇ ਨੂੰ ਕਤਲ ਕਰਨ ਲਈ, ਜਾ ਰਿਹਾ ਹੈ ਬੰਦਾ ਕਿਤੇ ਨਜਾਇਜ਼ ਬੰਬ ਧਮਾਕਾ ਕਰਕੇ ਲੋਕਾਂ ਦੀ ਹੱਤਿਆ ਕਰਨ ਵਾਸਤੇ। ਪੈਰਾਂ ਨੂੰ ਕੋਈ ਜਨੇਊ ਨਹੀਂ, ਤੱਗ ਨਾ ਹੱਥੀ। ਇਹਨਾਂ ਹੱਥਾਂ ਨੂੰ ਕੋਈ ਡੋਰੀ ਨਹੀਂ, ਕੋਈ ਬੰਦਿਸ਼ ਨਹੀਂ। ਤੱਗ ਨਾ ਜਿਹਵਾ, ਤੱਗ ਨਾ ਅੱਖੀ। ਜ਼ਬਾਨ ਨੂੰ ਕੋਈ ਜਨੇਊ ਨਹੀਂ, ਜ਼ਬਾਨ ਬੋਲੀ ਜਾ ਰਹੀ ਹੈ ਬਿਨਾਂ ਕੰਟਰੋਲ ਤੋਂ। ਬੰਦਾ 2-2.5 ਸਾਲ ਦਾ ਹੁੰਦਾ ਹੈ ਤੇ ਬੋਲਣਾ ਸਿੱਖ ਜਾਂਦਾ ਹੈ, ਪਰ ਕਿੱਥੇ ਕੀ ਔਰ ਕਦੋਂ ਕੀ ਬੋਲਣਾ ਸਾਰੀ ਜ਼ਿੰਦਗੀ ਨਹੀਂ ਸਿੱਖਦਾ। ਜੋ ਮਰਜ਼ੀ ਬਕ ਬਕ ਕਰੀ ਜਾ ਰਿਹਾ ਹੈ।
ਚਾਹੀਦਾ ਸੀ ਇਸ ਜ਼ਬਾਨ ਦੇ ਨਾਲ ਐਸੇ ਬੋਲ ਬੋਲਦੇ ਕਿ ਇਹ ਸੰਸਾਰ ਦਾ ਵਿਕਾਸ ਹੁੰਦਾ, ਸਾਡੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਹੁੰਦੀ, ਸਮਾਜ ਵਿੱਚ ਸੁੱਖ ਸ਼ਾਂਤੀ ਹੁੰਦੀ, ਸਾਡੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਹੁੰਦੀ। ਪਰ ਅਸੀਂ ਜ਼ਬਾਨ ਦੇ ਨਾਲ ਐਸੇ ਬੋਲ ਹੀ ਨਹੀਂ ਬੋਲੇ, ਅਸੀਂ ਬੋਲ ਹੀ ਨਹੀਂ ਬੋਲੇ। ਤਾਂ ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ। ਦੇਖੋ ਕੀ ਪ੍ਰੋਬਲਮ ਹੁੰਦੀ ਬੋਲਾਂ ਦੀ ਨਾ, ਮੈਂ ਨਿੱਕੀ ਜੀ ਤੁਹਾਨੂੰ ਬੇਨਤੀ ਕਰਾਂਗਾ। ਆਪਣੇ ਬੱਚਿਆਂ ਦੇ ਨਾਲ ਅਸੀਂ ਗੱਲਬਾਤ ਕਰਨ ਲੱਗਿਆਂ ਕੀ ਗਲਤੀਆਂ ਕਰ ਜਾਂਦੇ ਆ। ਮੇਰੀ ਪੋਤਰੀ ਸੀ ਨਿੱਕੀ ਨਾ, ਹੁਣ ਥੋੜੀ ਵੱਡੀ ਹੋ ਗਈ ਹੈ, ਤੇ ਮੈਨੂੰ ਇੱਕ ਦਿਨ ਕਹਿੰਦੀ, ਦਾਦਾ ਜੀ ਮੈਨੂੰ ਖਿਡੌਣਾ ਲੈ ਦਿਓਗੇ, ਦਾਦਾ ਜੀ ਮੈਨੂੰ ਖਿਡੌਣਾ ਲੈ ਦਿਓਗੇ। ਹੁਣ ਦੇਖੋ ਕੀ ਇਸ ਵਰਡਿੰਗ ਦੇ ਅੰਦਰ ਕੋਈ ਪ੍ਰੋਬਲਮ ਹੈ? ਆਪ ਸਿਰ ਹਿਲਾ ਕੇ ਦੱਸੋ, ਕੋਈ ਪ੍ਰੋਬਲਮ ਹੈ? ਕੋਈ ਦਾਦਾ ਜੀ ਖਿਡੌਣਾ ਲੈ ਦਿਓਗੇ, ਪ੍ਰੋਬਲਮ ਹੈ ਕੋਈ? ਨਹੀਂ ਨਾ। ਪਰ ਬਹੁਤ ਵੱਡੀ ਪ੍ਰੋਬਲਮ ਹੈ। ਇਹ ਵਰਡਿੰਗ ਮੇਰੀ ਪੋਤਰੀ ਨੂੰ ਮੇਰੇ ਤੋਂ ਦੂਰ ਲੈ ਜਾਏਗੀ। ਇਸ ਵਰਡਿੰਗ ਵਿੱਚ ਕੀ ਪ੍ਰੋਬਲਮ ਹੈ ਕਿ ਦਾਦਾ ਜੀ ਮੈਨੂੰ ਖਿਡੌਣਾ ਲੈ ਦਿਓਗੇ, ਇਹਦੇ ਵਿੱਚ ਉਹਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਕਿ ਦਾਦਾ ਲੈ ਕੇ ਦੇਵੇਗਾ ਕਿ ਨਹੀਂ। ਇਹਦੇ ਵਿੱਚ ਉਹ ਮੈਨੂੰ ਦੋ ਆਪਸ਼ਨ ਦੇ ਰਹੀ ਹੈ ਕਿ ਲੈ ਦਿਓਗੇ, ਮੈਂ ਹਾਂ ਵੀ ਕਰ ਸਕਣਾ, ਨਾ ਵੀ ਕਰ ਸਕਣਾ। ਤੀਜੀ ਪ੍ਰੋਬਲਮ ਇਹ ਹੈ ਕਿ ਉਸ ਬੱਚੀ ਦੇ ਅੰਦਰ ਹੀਨ ਭਾਵਨਾ ਹੈ ਕਿ ਉਹਨੂੰ ਮੰਗਣਾ ਪੈ ਰਿਹਾ ਹੈ, ਨੈਗੇਟਿਵਿਟੀ ਹੈ। ਤੇ ਮੈਂ ਉਸ ਨੂੰ ਕਿਹਾ, ਬੇਟਾ ਹੁਣ ਦੇਖੋ, ਜੇ 18 ਸਾਲ ਦੀ ਉਮਰ ਤੱਕ ਉਹ ਬੱਚੀ, ਜਾਂ ਤੁਹਾਡਾ ਕੋਈ ਬੱਚਾ ਜਾਂ ਮੇਰੀ ਬੱਚੀ, ਕੋਈ ਵੀ 18 ਸਾਲ ਤੱਕ ਉਹਨੂੰ ਆਪਣੇ ਮਾਪਿਆਂ ਤੇ ਵਿਸ਼ਵਾਸ ਨਾ ਹੋਵੇ ਕਿ ਪਿਤਾ ਜੀ ਮੈਨੂੰ ਸਾਈਕਲ ਲੈ ਦਿਓਗੇ, ਮੰਮਾ ਮੈਨੂੰ ਕਿਤਾਬ ਲੈ ਦਿਓਗੇ, 18 ਸਾਲ ਤੱਕ ਉਹਦੇ ਮਨ 'ਚ ਵਿਸ਼ਵਾਸ ਨਾ ਹੋਵੇ, ਤੇ ਜੇ 18 ਸਾਲ ਦੀ ਉਮਰ ਤੋਂ ਬਾਅਦ ਉਹ ਬੱਚਾ ਜਾਂ ਬੱਚੀ ਦੂਰ ਚਲਾ ਜਾਏ ਮਾਪਿਆਂ ਤੋਂ, ਤੇ ਗੁਨਾਹ ਕਿਹਦਾ ਹੈ, ਦੋਸ਼ ਕਿਹਦਾ ਹੈ? ਕਿਉਂਕਿ ਜੇ ਉਹ ਬੱਚੀ ਜਾਂ ਬੱਚਾ ਮੇਰੇ ਤੋਂ ਦੂਰ ਜਾਂਦਾ ਹੈ, ਮੇਰੀ ਸੈਲਫ ਰੈਸਪੌਂਸਿਬਿਲਟੀ ਨੂੰ ਮੈਂ ਨਹੀਂ ਪਛਾਣਿਆ। ਮੈਂ ਆਪਣੀ ਬੇਟੀ ਨੂੰ ਕਿਹਾ, ਪੋਤਰੀ ਨੂੰ, ਮੈਂ ਕਿਹਾ, ਜਗਨੀਤ ਬੇਟੇ ਐਵੇਂ ਨਹੀਂ, ਤੂੰ ਰਿਕੁਐਸਟ ਨਹੀਂ ਕਰਨੀ, ਤੂੰ ਮੈਨੂੰ ਆਰਡਰ ਦੇਣਾ ਹੈ ਕਿ ਦਾਦਾ ਜੀ ਖਿਡੌਣਾ ਲੈ ਕੇ ਦਿਓ। ਤੇ ਬੇਟੀ ਕਹਿੰਦੀ, ਦਾਦਾ ਜੀ ਤੁਸੀਂ ਵੱਡੇ ਹੋ, ਮੈਂ ਛੋਟੀ ਹਾਂ, ਮੈਂ ਆਰਡਰ ਨਹੀਂ ਨਾ ਦੇ ਸਕਦੀ। ਮੈਂ ਕਿਹਾ, ਬੇਟੀ ਆਈ ਲਵ ਯੂ। ਕਹਿੰਦੀ, ਲਵ ਯੂ ਟੂ। ਤੇ ਮੈਂ ਕਿਹਾ, ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ? ਮੇਰਾ ਫਰਜ਼ ਬਣਦਾ ਹੈ ਵੀ ਤੈਨੂੰ ਲੈ ਕੇ ਦੇਵਾਂ। ਕਹਿੰਦੀ ਹਾਂ। ਤੇ ਮੈਂ ਕਿਹਾ, ਫਿਰ ਆਰਡਰ। ਕਹਿੰਦੀ, ਉਹ ਗੁੱਡ ਆਈਡੀਆ। ਕਹਿੰਦੀ, ਦਾਦਾ ਜੀ ਖਿਡੌਣਾ ਲੈ ਕੇ ਦਿਓ। ਮੈਂ ਕਿਹਾ, ਬੇਟੀ ਇੱਕ ਗੱਲ ਹੋਰ ਸੁਣ, ਜਿਹੜੀ ਚੀਜ਼ ਤੇਰੇ ਲਾਭ ਦੀ ਨਹੀਂ ਨਾ ਹੋਏਗੀ, ਨੁਕਸਾਨ ਕਰੇਗੀ, ਉਹ ਅਸੀਂ ਨਾ ਕਰ ਦਿਆਂਗੇ, ਤੂੰ ਹੀ ਵਿਸ਼ਵਾਸ ਕਰਨਾ ਹੈ। ਜਿਹੜੀ ਚੀਜ਼ ਤੇਰੇ ਫਾਇਦੇ ਵਿੱਚ ਹੋਏਗੀ ਉਹ ਤੈਨੂੰ ਅਸੀਂ ਲੈ ਕੇ ਦੇਵਾਂਗੇ। ਕਹਿੰਦੀ, ਬਿਲਕੁਲ ਠੀਕ ਹੈ। ਹੁਣ 18 ਸਾਲ ਤੱਕ ਉਹ ਮੈਨੂੰ ਕਹੇਗੀ, ਦਾਦਾ ਖਿਡੌਣਾ ਲੈ ਕੇ ਦਿਓ, ਮੰਮਾ ਕਿਤਾਬ ਲੈ ਕੇ ਦਿਓ, ਪਾਪਾ ਸੂਟ ਲੈ ਕੇ ਦਿਓ। ਉਹਨੂੰ ਪਤਾ ਹੈ ਕਿ ਜੋ ਮੈਂ ਕਹਿ ਰਹੀ ਹਾਂ ਲੈ ਕੇ ਦੇਣਗੇ। ਤੇ ਜਦੋਂ ਮੈਂ ਕਹਾਂਗਾ ਨਾ, ਬੇਟਾ ਇਹ ਖਿਡੌਣਾ ਨਹੀਂ, ਤਾਂ ਉਹ ਕਹੇਗੀ ਠੀਕ ਹੈ, ਕਿਉਂਕਿ ਉਹਦੇ ਮਨ 'ਚ ਵਿਸ਼ਵਾਸ ਹੈ ਕਿ ਮੇਰੇ ਵਾਸਤੇ ਠੀਕ ਨਹੀਂ ਹੈ। ਜੇ 18 ਸਾਲ ਤੱਕ ਇਸ ਵਿਸ਼ਵਾਸ ਦੇ ਨਾਲ ਉਹ ਬੱਚੀ ਜੀਂਦੀ ਹੈ, ਤਾਂ 18 ਸਾਲ ਬਾਅਦ ਬੇਵਿਸ਼ਵਾਸੀ ਨਹੀਂ ਕਰੇਗੀ। ਤਾਂ ਇੱਕ ਨਿੱਕੀ ਜਿਹੀ ਵਰਡਿੰਗ, ਜੇ ਮੈਂ ਉੱਥੇ ਆਪਣੀ ਸੈਲਫ ਰੈਸਪੌਂਸਿਬਿਲਟੀ ਨਹੀਂ ਪਛਾਣਦਾ, ਤਾਂ ਮੇਰੀ ਨਿੱਕੀ ਜਿਹੀ ਗਲਤੀ ਕਰਕੇ ਜੇ ਬੱਚਾ ਦੂਰ ਚਲਾ ਜਾਂਦਾ ਹੈ, ਤਾਂ ਮੈਨੂੰ ਤੇ ਉਹ ਗੱਲ ਵੀ ਭੁੱਲ ਜਾਣੀ ਹੈ। ਬੇਸ਼ੱਕ ਉਹ ਅਣਜਾਣੇ ਵਿੱਚ ਹੀ ਗਲਤੀ ਹੋ ਜਾਏ। ਇਸ ਲਈ ਜ਼ਬਾਨ ਦੇ ਨਾਲ ਬੋਲਣ ਤੋਂ ਪਹਿਲਾਂ 1000 ਵਾਰ ਸੋਚੋ ਕਿ ਕੋਈ ਵੀ ਨੈਗੇਟਿਵ ਬੋਲਿਆ ਹੋਇਆ ਬੋਲ ਪੂਰੀ ਜ਼ਿੰਦਗੀ ਤਬਾਹ ਕਰ ਦੇਵੇਗਾ। ਤੇ ਗੁਰੂ ਜੀ ਕਹਿੰਦੇ ਨੇ, ਇਹ ਜ਼ਬਾਨ ਨੂੰ ਤੇ ਤੱਗ ਹੈ ਹੀ ਨਹੀਂ, ਜੋ ਮਰਜ਼ੀ ਬੰਦਾ ਬੋਲੀ ਜਾਂਦਾ। ਤੱਗ ਨਾ ਜਿਹਵਾ, ਤੱਗ ਨਾ ਅੱਖੀਂ, ਜਿੱਧਰ ਮਰਜ਼ੀ ਇਹ ਭੈੜੀਆਂ ਨਜ਼ਰਾਂ ਦੇ ਨਾਲ ਵੇਖੀ ਜਾਂਦਾ ਹੈ। ਵੇ ਤੱਗਾ ਆਪੇ ਵੱਤੈ, ਵੱਤੇ ਦਾ ਮਤਲਬ ਘੁੰਮ ਰਿਹਾ ਹੈ। ਆਪ ਬੰਦਾ ਜਨੇਊ ਤੋਂ ਬਿਨਾਂ ਹੀ ਘੁੰਮ ਰਿਹਾ ਹੈ। ਆਪਣੇ ਅੰਦਰ ਨੈਗੇਟਿਵ ਥਿੰਕਿੰਗ, ਆਪਣੀ ਜ਼ਬਾਨ ਤੇ ਕੰਟਰੋਲ ਨਹੀਂ। ਆਪ ਪਤਾ ਨਹੀਂ ਕਿ ਕਿਵੇਂ ਮੈਂ ਲੋਕਾਂ ਨੂੰ ਧਾਰਮਿਕ ਤੌਰ ਤੇ ਇਮੋਸ਼ਨਲ ਬਲੈਕਮੇਲ ਕਰੀ ਜਾ ਰਿਹਾ। ਵੱਟ ਧਾਗੇ ਅਵਰਾਂ ਕੱਤੇ, ਤੇ ਜਨੇਊ ਵੱਟ ਕੇ ਦੂਜਿਆਂ ਨੂੰ ਕਰ। ਆਪ ਦਾ ਜੀਵਨ ਨਹੀਂ ਤੇ ਦੂਜਿਆਂ ਨੂੰ ਧਰਮ ਬਾਰੇ ਦੱਸ ਰਿਹਾ ਹੈ। ਹੁਣ ਦੇਖੋ, ਤੁਹਾਡੇ ਘਰ ਕੋਈ ਪ੍ਰੋਬਲਮ ਆਏ ਨਾ, ਤੁਸੀਂ ਮੇਰੀ ਤੋਂ ਸਲਾਹ ਲਓ ਤੇ ਮੈਂ ਤੁਹਾਨੂੰ ਸਹੀ ਸਲਾਹ ਦੇ ਸਕਣਾ, ਸੰਭਾਵਨਾ ਹੈ। ਕਿਉਂਕਿ ਮੈਂ ਘਰੋਂ ਬੇਟੀ ਤੋਰੀ ਹੈ, ਘਰ ਨੂੰ ਲਿਆਂਦੀ ਹੈ। ਸਾਡੇ ਘਰ ਵਿੱਚ ਕੋਈ ਪ੍ਰੋਬਲਮ ਹੋਏ, ਮੈਂ ਤੁਹਾਡੇ ਤੋਂ ਸਲਾਹ ਲਵਾਂ, ਤੁਸੀਂ ਸਹੀ ਸਲਾਹ ਦੇ ਸਕਦੇ ਹੋ, ਕਿਉਂਕਿ ਤੁਸੀਂ ਘਰੋਂ ਧੀਆਂ ਤੋਰੀਆਂ ਨੇ, ਨੂੰਹਾਂ ਲਿਆਂਦੀਆਂ ਨੇ।
ਤੇ ਜਿਸ ਬੰਦੇ ਨੇ ਘਰੋਂ ਧੀ ਤੋਰੀ ਨਹੀਂ, ਨੂੰਹ ਲਿਆਂਦੀ ਨਹੀਂ, ਉਹਨੂੰ ਕੀ ਪਤਾ ਧੀਆਂ ਔਰ ਪੁੱਤਰਾਂ ਦਾ ਦੁੱਖ ਕੀ ਹੁੰਦਾ ਹੈ। ਤੇ ਅਸੀਂ ਸਲਾਹ ਲੈਣ ਜਾਂਦੇ ਹਾਂ ਬਾਬਿਆਂ ਤੋਂ, ਜਿਨ੍ਹਾਂ ਨੇ ਨਾ ਧੀਆਂ ਤੋਰੀਆਂ ਨਾ ਨੂੰਹਾਂ ਲਿਆਂਦੀਆਂ, ਮਾਂ ਪਿਓ ਨੂੰ ਵੀ ਛੱਡ ਗਏ, ਉਹਨਾਂ ਤੋਂ ਅਸੀਂ ਲੈ ਰਹੇ ਹਾਂ ਸਲਾਹ, ਤੇ ਉਹ ਸਾਨੂੰ ਗ੍ਰਸਤੀ ਜੀਵਨ ਦੀ ਜਾਂਚ ਦੱਸ ਰਹੇ ਨੇ। ਵੇ ਤੱਗਾ ਆਪੇ ਵੱਤੈ, ਵਟ ਧਾਗੇ ਅਵਰਾਂ ਕੱਤੈ। ਤੇ ਅਗਲਾ ਵਚਨ ਕਰਦੇ ਨੇ, ਲੈ ਭਾੜ ਕਰੇ ਵਿਆਹ। ਭਾੜ ਦਾ ਮਤਲਬ ਭਾੜਾ, ਭਾੜਾ ਲੈ ਕੇ, ਪੈਸੇ ਲੈ ਕੇ, ਭੇਟਾ ਲੈ ਕੇ ਤੂੰ ਵਿਆਹ ਕਰਨਾ ਹੈ। ਤੇ ਨਾਲ ਬ੍ਰਾਹਮਣ ਕਹਿੰਦਾ ਵੀ ਧੀ ਦਾ ਧਨ ਖਾਣਾ ਮਾੜਾ ਹੈ। ਪਹਿਲਾਂ ਲੋਕ ਧੀਆਂ ਦੇ ਘਰੋਂ ਰੋਟੀ ਤੱਕ ਵੀ ਨਹੀਂ ਸਨ ਖਾਂਦੇ। ਧੀ ਦਾ ਧਨ ਖਾਣਾ ਮਾੜਾ ਹੈ। ਜਿਹੜਾ ਧੀ ਦਾ ਪੈਸਾ ਖਾਏਗਾ, ਧੀ ਦਾ ਧਨ ਖਾਏਗਾ, ਉਹ ਨਰਕਾਂ ਵਿੱਚ ਜਾਏਗਾ। ਇਹ ਬ੍ਰਾਹਮਣ ਦੀ ਵਿਚਾਰਧਾਰਾ ਹੈ। ਤੇ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਪਿਆਰਿਆ, ਸਾਨੂੰ ਤੂੰ ਦੱਸਦਾ ਵੀ ਧੀ ਦਾ ਧਨ ਖਾਣਾ ਪਾਪ ਹੈ, ਤੇ ਜਦੋਂ ਸਾਡੀਆਂ ਧੀਆਂ ਭੈਣਾਂ ਦੇ ਫੇਰੇ ਕਰਾਣਾ ਉਦੋਂ ਤੂੰ ਲੈਣਾ ਭੇਟਾ। ਤੇ ਸਾਡੀ ਧੀ ਵੀ ਤੇਰੀ ਧੀ ਹੈ ਨਾ, ਤੇਰੀ ਧੀ ਮੇਰੀ ਧੀ, ਮੇਰੀ ਧੀ ਤੇਰੀ ਧੀ। ਸਾਈ ਪੁੱਤਰੀ ਜਜਮਾਨ ਕੀ, ਬਾਣੀ ਦੀ ਪੰਕਤੀ ਹੈ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ। ਵੀ ਜਿਹੜੀ ਜਜਮਾਨ ਦੀ ਬੇਟੀ ਹੈ ਉਹ ਤੇਰੀ ਵੀ ਤੇ ਬੇਟੀ ਹੈ। ਏਤ ਧਾਨ ਖਾਧ ਹੈ ਤੇਰਾ ਜਨਮ ਗਿਆ, ਜੇ ਤੂੰ ਇਹ ਪੈਸਾ ਖਾਏਗਾ ਤੇ ਤੇਰਾ ਜਨਮ ਭ੍ਰਿਸ਼ਟ ਹੋ ਜਾਣਾ। ਤੂੰ ਤੇ ਬੇਟੀ ਦੇ ਵਿਆਹ ਦੇ ਪੈਸੇ ਲੈ ਰਿਹਾ, ਭੇਟਾ ਰੱਖੀ ਹੈ ਨਾ। ਹੁਣ ਬ੍ਰਾਹਮਣ ਦੀ ਗੱਲ ਕਰਕੇ ਤਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਨਾ, ਤੇ ਆਨੰਦ ਕਾਰਜ ਦੇ ਟਾਈਮ ਭੇਟਾ ਤੇ ਅਸੀਂ ਵੀ ਰੱਖੀ ਹੈ। ਭੇਟਾ ਤੇ ਰਾਗੀ ਸਿੰਘਾਂ ਦੀ ਗੁਰਦੁਆਰਿਆਂ ਵਿੱਚ ਹੀ ਭੇਟਾ ਹੈ ਵੀ ਇੰਨੇ ਇੰਨੇ ਪੈਸੇ, ਭੇਟਾ ਤੇ ਰੱਖੀ ਹੈ। ਹੁਣ ਜਦੋਂ ਇਧਰ ਗੱਲ ਕਰਾਂਗੇ ਫਿਰ ਪ੍ਰੋਬਲਮ ਆਏਗੀ। ਗੱਲ ਸਾਰਿਆਂ ਦੀ ਸਾਂਝੀ ਹੈ। ਲੈ ਭਾੜ ਕਰੇ ਵਿਆਹ, ਤੂੰ ਭੇਟਾ ਲੈ ਕੇ ਵਿਆਹ ਕਰ ਰਿਹਾ ਬੱਚੀਆਂ ਦੇ, ਲੋਕਾਂ ਨੂੰ ਤੂੰ ਜਨੇਊ ਪਾ ਰਿਹਾ। ਕੱਢ ਕਾਗਲ ਦੱਸੇ ਰਾਹ, ਕਾਗਲ ਦਾ ਮਤਲਬ ਕਾਗਜ਼, ਪੱਤਰੀ। ਪੱਤਰੀ ਕੱਢ ਕੇ ਰਾਹ ਦੱਸਣਾ ਵੀ ਇਸ ਦਿਨ ਵਿਆਹ ਹੋਏਗਾ, ਇਸ ਦਿਨ ਇਹ ਹੋਏਗਾ, ਗ੍ਰਹਿ ਆਉਣਗੇ, ਨਕਸ਼ਤਰ ਆਉਣਗੇ, ਇਹ ਬੰਦਾ ਜਿਹੜਾ ਹੈ ਮੰਗਲੀਕ ਹੈ, ਦੂਜਾ ਤੀਜਾ ਹੈ। ਤੇ ਤੈਨੂੰ ਪਤਾ ਹੈ ਕਿ ਤੇਰੀ ਜੋਤਿਸ਼ ਸਰੇਆਮ ਝੂਠ ਹੈ। ਆ ਜਿਹੜੀਆਂ ਰੇਖਾ ਨੇ ਇਹ ਕਿਸਮਤ ਵਾਸਤੇ ਨਹੀਂ ਹਨ, ਇਹ ਮੁੜਨ ਵਾਸਤੇ ਨੇ। ਜਿੱਥੋਂ ਹੱਥ ਮੁੜਦਾ ਉੱਥੇ ਰੇਖਾ ਹੈ, ਪਿਛਲੇ ਪਾਸੇ ਹੱਥ ਨਹੀਂ ਮੁੜਦਾ, ਪਿਛਲੇ ਪਾਸੇ ਕੋਈ ਰੇਖਾ ਨਹੀਂ। ਪਰ ਤੂੰ ਲੋਕਾਂ ਨੂੰ ਰਾਹ ਦੱਸਣਾ ਪਿਆ ਤੇ ਆਪ ਭੇਟਾ ਲੈ ਲੈ ਕੇ ਧੀਆਂ ਦੇ ਵਿਆਹ ਕਰਨਾ ਪਿਆ। ਇਸ ਲਈ ਇਹ ਤੇਰਾ ਜੀਵਨ ਬੇਕਾਰ ਔਰ ਵਿਅਰਥ ਹੈ। ਹੁਣ ਸਮੱਸਿਆ ਦਾ ਸਮਾਧਾਨ ਦੱਸ ਰਹੇ ਨੇ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਪੌੜੀ ਵਿੱਚ ਕਹਿੰਦੇ ਨੇ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ। ਜੇ ਕਿਸੇ ਦੇ ਉੱਤੇ ਸਾਹਿਬ ਰਹਿਮਤਵਾਨ ਹੋ ਜਾਏ, ਦਇਆਵਾਨ ਹੋ ਜਾਏ, ਤੇ ਫਿਰ ਰੱਬ ਉਹ ਕੰਮ ਕਰਾਂਦਾ ਹੈ ਜਿਹੜਾ ਕੰਮ ਉਹਨੂੰ ਪਸੰਦ ਹੈ, ਯਾਨੀ ਰਜ਼ਾ ਦੇ ਵਿੱਚ ਤੋਰਦਾ ਹੈ। ਭਾਵ ਕਿ ਜੋ ਰਜ਼ਾ ਦੇ ਅੰਦਰ ਤੁਰੇਗਾ, ਲਾ ਆਫ ਨੇਚਰ ਵਿੱਚ ਤੁਰੇਗਾ, ਉਹ ਰੱਬ ਨੂੰ ਪ੍ਰਵਾਨ ਹੋਏਗਾ। ਇਹ ਤਾਂ ਆਮ ਜ਼ਿੰਦਗੀ ਦੀ ਗੱਲ ਵੀ ਹੈ। ਸਾਡੇ ਆਪਣੇ ਬੱਚੇ ਨੇ ਨਾ, ਜੋ ਬੱਚੇ ਮਾਂ-ਬਾਪ ਦੇ ਨਾਲ ਸਹਿਮਤ ਨੇ, ਹੁਕਮ ਵਿੱਚ ਰਹਿੰਦੇ ਨੇ, ਮਾਂ-ਬਾਪ ਉਹਨਾਂ ਬੱਚਿਆਂ ਨੂੰ ਪਿਆਰ ਕਰਦੇ ਨੇ। ਤੇ ਉਹ ਹੀ ਬੱਚੇ ਜੇ ਮਾਂ-ਬਾਪ ਦੇ ਹੁਕਮ ਤੋਂ ਆਕੀ ਹੋ ਜਾਣ ਤਾਂ ਅਖਬਾਰਾਂ ਦੇ ਵਿੱਚ ਮੈਂ ਕਈ ਵਾਰ ਇਸ਼ਤਿਹਾਰ ਪੜ੍ਹਨਾ, ਜਿੱਥੇ ਇਸ਼ਤਿਹਾਰ ਦਿੱਤਾ ਹੁੰਦਾ ਹੈ ਕਿ ਮੈਂ ਫਲਾਂ ਸਿੰਘ ਜਾਂ ਦਾਸ ਆਪਣੇ ਅਮਕੇ ਬੇਟੇ ਨੂੰ ਆਪਣੀ ਚਲ ਔਰ ਅਚਲ ਸੰਪत्ति ਤੋਂ ਬੇਦਖਲ ਕਰਦਾ ਹਾਂ, ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਉਹਦੇ ਨਾਲ ਵਿਹਾਰ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਏਗਾ। ਤੇ ਜੇ ਸਾਨੂੰ ਆਪਣੇ ਹੀ ਬੱਚੇ ਮਨਜ਼ੂਰ ਨਹੀਂ ਤਾਂ ਰੱਬ ਜਿਹੜਾ ਹੈ ਕੁਦਰਤ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਪਸੰਦ ਕਰੇਗਾ। ਜੋ ਸਾਡੇ ਬੱਚਿਆਂ ਦੀ ਕੁੱਟਮਾਰ ਕਰੇ, ਸਾਨੂੰ ਉਹ ਬੰਦਾ ਪਸੰਦ ਨਹੀਂ। ਤੇ ਆ ਜੋ ਤੁਸੀਂ ਬੈਠੇ ਹੋ, ਖਲਕਤ ਰੱਬ ਦੇ ਬੱਚੇ ਨੇ, ਇਹਨਾਂ ਦੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਰੱਬ ਪਿਆਰ ਕਰੇਗਾ ਨਹੀਂ। ਅਗਲਾ ਵਚਨ ਕਰਦੇ ਨੇ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਅਸਲ ਦੇ ਅੰਦਰ ਜੋ ਰੱਬ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹ ਹੀ ਸੇਵਾ ਕਰ ਰਿਹਾ ਹੈ। ਅਸਲੀ ਸੇਵਾ ਕੀ ਹੈ? ਰੱਬੀ ਰਜ਼ਾ ਦੇ ਅੰਦਰ ਤੁਰਨਾ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਣਾ, ਯੂਨੀਵਰਸਲ ਟਰੂਥ ਨੂੰ ਅਪਣਾਣਾ, ਸ਼ੁਭ ਗੁਣਾਂ ਨੂੰ ਅਪਣਾਣਾ। ਤੇ ਇਹ ਸਾਰਿਆਂ ਵਾਸਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਸਤਰੀ, ਪੁਰਸ਼,
ਬੱਚੀ ਬੱਚੇ ਜਵਾਨ ਰਾਜਾ ਪ੍ਰਜਾ ਸਭ ਵਾਸਤੇ ਇੱਕੋ ਹੀ ਚੀਜ਼ ਹੈ। ਇਹਨਾਂ ਗੁਣਾਂ ਦੇ ਧਾਰਨੀ ਸਭ ਨੂੰ ਹੋਣਾ ਚਾਹੀਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕੇਵਲ ਧਾਰਮਿਕ ਚਿੰਨ੍ਹ ਜਨੇਊ ਆਦਿਕ ਧਾਰਨ ਕਰਨ ਦੇ ਨਾਲ ਰੱਬ ਦੇ ਦਰ ਤੇ ਪ੍ਰਵਾਨਗੀ ਨਹੀਂ ਮਿਲਦੀ। ਹੁਕਮ ਮੰਨਿਆ, ਜੋ ਰੱਬ ਦੇ ਹੁਕਮ ਨੂੰ ਮੰਨੇਗਾ, ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ, ਲਾ ਆਫ ਨੇਚਰ ਦੇ ਪਾਲਨ ਕਰੇਗਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੇਗਾ, ਗੁਰੂ ਜੀ ਕਹਿੰਦੇ ਨੇ ਉਹ ਪ੍ਰਵਾਨ ਹੋਏਗਾ। ਤਾਂ ਖਸਮੇ ਕਾ ਮਹਿਲ ਪਾਏ ਸੀ, ਤਾਂ ਰੱਬ ਦਾ ਟਿਕਾਣਾ ਮਿਲੇਗਾ, ਤੇ ਉਹ ਅੰਦਰ ਹੀ ਤਾਂ ਮਿਲੇਗਾ ਟਿਕਾਣਾ ਜੇ ਰਜ਼ਾ ਵਿੱਚ ਤੁਰਾਂਗੇ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਰੱਬ ਨੂੰ ਪਾਉਂਦਾ ਉਹ ਕਰਮ ਕਰੇ ਤਾਂ ਫਿਰ ਬੰਦਾ ਮਨ ਚਿੰਤਿਤ ਫਲ ਪਾ ਲਵੇਗਾ। ਮਨ ਚਿੰਤਿਤ ਫਲ ਕੀ ਨੇ? ਹਰ ਬੰਦਾ ਸਤਿਕਾਰ ਔਰ ਪਿਆਰ ਚਾਹੁੰਦਾ ਹੈ, ਮੈਂ ਵੀ ਤੁਸੀਂ ਵੀ, ਇਹ ਸਾਡੀਆਂ ਸਾਂਝੀਆਂ ਮੰਗਾਂ ਨੇ। ਹਰ ਬੰਦਾ ਸੁੱਖ ਚਾਹੁੰਦਾ ਹੈ, ਮੈਨੂੰ ਸੁੱਖ ਮਿਲੇ, ਦੂਜੀ ਚੀਜ਼ ਮੈਨੂੰ ਪਿਆਰ ਸਤਿਕਾਰ ਮਿਲੇ, ਤੀਜੀ ਚੀਜ਼ ਮੈਨੂੰ ਮੁਕਤੀ ਮਿਲੇ, ਇਹ ਸਾਡੀਆਂ ਸਾਰੀਆਂ ਸਾਂਝੀਆਂ ਮੰਗਾਂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ ਉਹ ਮਨ ਚਿੰਤਿਤ ਫਲ ਪਾ ਲਵੇਗਾ। ਤਾਂ ਦਰਗਾਹ ਪੈਂਦਾ ਜਾਏ ਸੀ, ਪੈਦਾ ਦਾ ਮਤਲਬ ਪ੍ਰਗਟ ਮਾਨ, ਤਾਂ ਉਹ ਰੱਬ ਦੀ ਦਰਗਾਹ ਵਿੱਚ ਭਾਵ ਰੱਬ ਦੀ ਹਜ਼ੂਰੀ ਦੇ ਵਿੱਚ ਉਹਨੂੰ ਮਾਨ ਮਿਲੇਗਾ, ਤਾਂ ਉਹ ਰੱਬ ਦੇ ਅੰਦਰ ਅਭੇਦ ਹੋ ਜਾਏਗਾ ਜੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇਗਾ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਵਿਚਾਰ ਮੁਤਾਬਕ ਕੇਵਲ ਧਾਰਮਿਕ ਚਿੰਨ੍ਹ ਧਾਰਨ ਕਰ ਲੈਣੇ ਕਾਫੀ ਨਹੀਂ ਹਨ, ਚਾਹੇ ਉਹ ਕਿਸੇ ਵੀ ਧਰਮ ਦੇ ਨੇ, ਚਾਹੇ ਕਿਸੇ ਵੀ ਧਰਮ ਮਜ਼ਹਬ ਦੇ ਨੇ। ਕੇਵਲ ਧਾਰਮਿਕ ਚਿੰਨ੍ਹ ਔਰ ਧਾਰਮਿਕ ਪਹਿਨਾਵਾ ਪਹਿਨ ਕੇ ਬਾਹਰੀ ਵਿਖਾਵਾ ਬਣਾਉਣ ਦੇ ਨਾਲ ਕੁਝ ਨਹੀਂ ਮਿਲਦਾ, ਸਗੋਂ ਸਾਨੂੰ ਆਪਣੇ ਗਿਆਨ ਇੰਦਰੀਆਂ ਤੇ ਕੰਟਰੋਲ ਕਰਨਾ ਚਾਹੀਦਾ ਹੈ। ਹਰ ਇਨਸਾਨ ਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਔਰਤ ਨੂੰ ਬਿਲਕੁਲ ਬਰਾਬਰ ਦਾ ਮਾਨ, ਆਦਰ ਔਰ ਸਤਿਕਾਰ ਦੇਣਾ ਚਾਹੀਦਾ ਹੈ, ਔਰ ਹਰ ਇਨਸਾਨ ਦੇ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਚਾਹੀਦਾ ਹੈ। ਫਿਰ ਸਾਡਾ ਇਹ ਜੀਵਨ ਸਵਰਗ ਬਣ ਜਾਏਗਾ। ਅਗਲੇ ਸਵਰਗ ਦੀ ਸਾਨੂੰ ਲੋੜ ਨਹੀਂ ਔਰ ਨਾ ਸਾਨੂੰ ਵੇਟ ਕਰਨ ਦੀ ਲੋੜ ਹੈ। ਜੋ ਕਿਤੇ ਅਗਲੇ ਸਵਰਗ ਦੀ ਇੰਤਜ਼ਾਰ ਦੇ ਵਿੱਚ ਬੈਠਾ ਹੈ ਤਾਂ ਸਮਝ ਲਓ ਇਹ ਜ਼ਿੰਦਗੀ ਉਹਦੀ ਨਰਕ ਹੈ। ਇਸ ਲਈ ਆਪਣੇ ਜੀਵਨ ਨੂੰ, ਸਮਾਜ ਦੇ ਜੀਵਨ ਨੂੰ ਨਰਕ ਬਣਨ ਤੋਂ ਬਚਾਓ, ਔਰ ਇਸ ਆਪਣੇ ਜੀਵਨ ਨੂੰ, ਪਰਿਵਾਰ ਨੂੰ ਔਰ ਸਮਾਜ ਨੂੰ